मेरे वालों प्यार भरी सत श्री अकाल। मैं राजवीर कौर उम्मीद करती हाँ तुसी सारे ठीक ठाक होवोगे। ਅੱਜ मैं ਤੁਹਾਡੀ ऐसी खास शख्सियत ਨਾਲ मुलाकात करवाउण जा रही हाँ जिन्हां ने 5 ਦਹਾਕੇ ਤੋਂ ਵੱਧ ਦਾ ਸਮਾਂ ਸਾਹਿਤ ਨੂੰ ਦਿੱਤਾ है, जिन्हां दी कलम ने हर विषय उत्ते लिखिया है, चाहे वह राजनीतिक मुद्दे होण, चाहे समाजिक मुद्दे होण, चाहे औरतां दीयां समस्यावां होण, चाहे प्यार मुहब्बत दीयां गल्लां होण, चाहे बाहर वसदे साडे पंजाबियां दीयां समस्यावां होण, हर विषय नूं उघाड़ के रख दिता है। मैं गल कर रही हाँ पंजाब के जलंधर स्थित कुक्कड़ पिंड में जन्मे बहुत ही सत्कारयोग मोहन सिंह कुक्कड़ पिंडिया जी बारे। मोहन सिंह कुक्कड़ पिंडिया जी 10-11 साल की उम्र में इंग्लैंड चले गए, फिर उत्थे इन्होंने अपने अगे की पढ़ाई की तो उत्थे ही जवान हुए। 1973 में इन्हों का पहला नावल खून गरीबां दा आया, फिर 1975 में 7 समुंदर पार, 1976 में चाननी रात का तड़का, 1978 में सच का झंडा आदि नावल आते रहे। अज मैं उन्होंने पिंड आई हाँ तो मैं तुहानूं दसना चाह रही हाँ, मेरे लिए बहुत माण वाली गल है कि मैं भी उन्होंने पिंड विचों ही हाँ तो अज उन्होंने नाल इंटरव्यू करने का मौका मिलया है तो मैं सोचा क्यों ना तुहानूं उन्होंने नाल रूबरू करवाया जाए। ਸਾਹਿਤਕਾਰ ਨਾ ਹੋਣ ਦੇ ਨਾਲ ਨਾਲ ਉਹ ਇੱਕ ਸਮਾਜ ਸੇਵਕ ਵੀ ਰਹੇ ਹਨ। ਉਹਨਾਂ ਨੇ ਪਿੰਡ ਦੇ ਵਿੱਚ ਲਾਇਬ੍ਰੇਰੀ ਵੀ ਖੁਲਵਾਈ ਹੈ ਤਾਂ ਜੋ ਬੱਚੇ ਵੱਧ ਤੋਂ ਵੱਧ ਸਾਹਿਤ ਨਾਲ ਜੁੜ ਸਕਣ। ਫਿਰ ਉਹਨਾਂ ਨੇ ਬੱਚਿਆਂ ਦਾ ਮਨੋਬਲ ਵਧਾਉਣ ਲਈ ਉਹਨਾਂ ਨੂੰ ਸਪੋਰਟਸ ਕਿੱਟਾਂ ਸਾਲਾਨਾ ਇਨਾਮ ਵੰਡ ਸਮਾਰੋਹ ਵੀ ਕਰਵਾਉਂਦੇ ਰਹੇ ਹਨ ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ। मैं ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ। ਮੇਰੇ ਵੱਲੋਂ ਬਹੁਤ ਸਾਰਾ ਪਿਆਰ, ਬਹੁਤ ਸਾਰਾ ਸਤਿਕਾਰ ਕਿ ਮੈਨੂੰ ਸਾਡੇ ਪਿੰਡ ਦੀ ਬੇਟੀ ਨੇ ਇਹ ਇਸ ਕਾਬਲ ਸਮਝਿਆ ਕਿ ਮੇਰੇ ਜਿਹੜੀ ਲਿਖਤ ਆ ਉਹਨੂੰ ਤੁਹਾਡੇ ਤੱਕ ਉਹਦੇ ਬਾਰੇ ਸੁਨੇਹਾ ਪਹੁੰਚਾਇਆ ਜਾਵੇ। ਅਤੇ ਮੈਨੂੰ ਮਾਣ ਆ ਕਿ ਮੈਂ ਆਪਣੇ ਪਿੰਡ ਲਈ ਇੱਥੇ ਇਸ ਮਿੱਟੀ 'ਤੇ ਜਨਮਿਆ, 10 ਸਾਲ ਦੀ ਉਮਰ 'ਚ ਬਾਹਰ ਚਲਾ ਗਿਆ ਅਤੇ ਮੈਂ ਜੋ ਕੁਛ ਵੀ ਲਿਖ ਸਕਿਆ ਅੱਜ ਤੱਕ ਮੇਰੇ 20 ਨਾਵਲ, 3 ਕਹਾਣੀ ਸੰਗ੍ਰਹਿ ਅਤੇ 3 ਵਾਰਤਕ ਛਪ ਚੁੱਕੇ ਆ। ਮੈਨੂੰ ਬਹੁਤ ਸਾਰਾ ਮਾਣ ਮਿਲਿਆ ਪੜ੍ਹਨ ਵਾਲਿਆਂ ਤੋਂ ਅਤੇ ਲਿਖਣ ਵਾਲਿਆਂ ਤੋਂ, ਬਹੁਤ ਸਾਰਾ ਸਤਿਕਾਰ ਮਿਲਿਆ ਅਤੇ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਮੈਨੂੰ ਕੋਈ ਸਰਕਾਰੀ ਇਨਾਮ ਮਿਲੇ, ਨਾ ਮੈਨੂੰ ਉਹਦੀ ਕੋਈ ਜ਼ਰੂਰਤ ਆ। ਅਤੇ ਹਾਂ, ਇੱਕ ਆਇਰਲੈਂਡ ਦੇਸ਼ ਆ ਇੰਗਲੈਂਡ ਬਾਰੇ, ਅਤੇ ਨਾਲ ਉਹਦੇ 'ਤੇ ਇੱਕ ਮੈਂ ਨਾਵਲ ਲਿਖਿਆ ਸੀ ਗੁਲਾਮੀ, ਉੱਥੇ ਦੀ ਆਜ਼ਾਦੀ ਦੀ ਲਹਿਰ ਚੱਲਦੀ ਸੀ ਅਤੇ ਉਹਨਾਂ ਨੇ ਬੜਾ ਸਤਿਕਾਰ ਦਿੱਤਾ ਜਦੋਂ ਆਜ਼ਾਦ ਹੋ ਗਏ। ਉਹਦੇ ਲਈ ਮੈਂ ਉਹਨਾਂ ਦਾ ਰਿਣੀ ਹਾਂ। ਅਤੇ ਮੇਰੀ ਇੱਕ ਖੁਆਇਸ਼ ਇਹੀ ਆ ਕਿ ਆਪਣੇ ਪਿੰਡ ਲਈ ਜਦੋਂ ਵੀ ਮੈਂ ਦੁਨੀਆ ਤੋਂ ਜਾਵਾਂ ਤਾਂ ਆਪਣੇ ਪਿੰਡ ਦੀ ਮਿੱਟੀ ਤੋਂ ਜਾਵਾਂ। ਮੇਰੇ ਘਰ ਦੇ ਬਾਹਰ 4 ਲਾਈਨਾਂ ਲਿਖੀਆਂ ਹੋਈਆਂ, ਇਹ ਹਵਾ ਮੇਰੇ ਪਿੰਡ ਦੀ ਮਿੱਟੀ ਨੂੰ ਜਾ ਕੇ ਕਹਿਣਾ, ਜਿਉਂਦਾ ਜੇ ਮੈਂ ਨਾ ਮੁੜਿਆ ਪ੍ਰਦੇਸ਼ ਦੇ ਵਿੱਚੋਂ ਮੈਂ ਆਊਂਗਾ ਮੈਂ ਕੁਝੇ 'ਚ ਸੁਆਹ ਬਣ ਕੇ। ਮੈਂ ਸਮਝਦਾ ਜਿਹੜੀ ਧਰਤੀ ਹੈ ਸਾਡੀ ਮਾਂ ਆ, ਜਿੱਥੇ ਸਰਾਭੇ ਵਰਗੇ, ਸਰਦਾਰ ਭਗਤ ਸਿੰਘ ਵਰਗੇ ਸੂਰਮੇ ਪੈਦਾ ਹੋਏ, ਮੈਨੂੰ ਵੀ ਉਸ ਮਿੱਟੀ 'ਤੇ ਪੈਦਾ ਹੋਣ ਦਾ ਮਾਣ ਮਿਲਿਆ। ਰੱਬ ਦਾ ਰਿਣੀ ਹਾਂ। ਅਤੇ ਬਾਕੀ ਜਿਨ੍ਹਾਂ ਵੀ ਮੇਰੀਆਂ ਕਿਤਾਬਾਂ ਪੜ੍ਹੀਆਂ, ਮੇਰੇ ਨਾਵਲ ਪੜ੍ਹੇ, ਅਤੇ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਮੈਨੂੰ ਇਹ ਮਾਣ ਸਮਝਿਆ, ਮੇਰੇ ਬਾਰੇ ਮੇਰੀ ਲਿਖਤਾਂ ਪੜ੍ਹੀਆਂ। ਸੋ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਕਰਨਾ ਚਾਹੂੰਗੀ ਕਿ ਤੁਸੀਂ ਆਪਣੇ ਬਚਪਨ ਬਾਰੇ ਦੱਸੋ। ਪਹਿਲਾਂ ਤੁਹਾਡਾ ਜਨਮ ਇੱਥੇ ਹੋਇਆ, ਫਿਰ ਤੁਸੀਂ ਕਿੱਦਾਂ ਇੰਗਲੈਂਡ ਗਏ 10-11 ਸਾਲ ਦੀ ਉਮਰ ਵਿੱਚ, ਇਹ ਸਾਰਾ ਕੁਛ ਕਿੱਦਾਂ ਹੋਇਆ? ਮੇਰਾ ਜਨਮ 3 ਮਾਰਚ 1950 ਦਾ ਇਸੇ ਪਿੰਡ ਦਾ। ਉਦੋਂ ਸਾਡਾ ਪਿੰਡ ਬੜਾ ਉੱਥੇ ਹੀ ਹੁੰਦਾ ਸੀ, ਹੁਣ ਬਾਅਦ ਵਿੱਚ ਬਾਹਰ ਨੂੰ ਫੈਲ ਗਿਆ। ਅਤੇ ਸਾਡੇ 5 ਮੇਰੀਆਂ ਭੈਣਾਂ ਸੀ, ਸਭ ਤੋਂ ਛੋਟਾ ਮੈਂ ਸੀ। ਪਾਪਾ ਜੀ ਸਾਡੇ ਸੈਕੰਡ ਵਰਲਡ ਵਾਰ ਦੇ ਵਿੱਚ ਜਾਪਾਨ ਤੋਂ ਘੇਰੇ 'ਚ ਆ ਕੇ ਮਿਲਟਰੀ 'ਚ ਰਹਿ ਕੇ ਆਏ ਸੀ ਅਤੇ ਉਹਨਾਂ ਨੇ ਹੁਣ ਫਿਰ ਬਾਅਦ ਵਿੱਚ ਇੰਗਲੈਂਡ ਚਲੇ ਗਏ। ਉਹ 1968-59 ਦੇ ਵਿੱਚ ਮੁੜ ਕੇ ਆਏ ਨਾ, ਅਤੇ ਉਹਨਾਂ ਨੂੰ ਫਿਰ ਇੱਥੋਂ ਮੈਨੂੰ ਅਤੇ ਮੇਰੇ ਤੋਂ ਜਿਹੜੀ ਬੜੀ ਭੈਣ ਸੀ ਉਹਨੂੰ ਨਾਲ ਇੰਗਲੈਂਡ ਲੈ ਗਏ। ਔਰ ਮੇਰਾ ਜਿਹੜਾ ਬਚਪਨ ਸੀ ਕੁਛ ਜਿੱਦਾਂ ਕਹਿ ਲਓ ਵੀ ਹਰ ਤਰ੍ਹਾਂ ਦੇ ਦੁੱਖਾਂ ਵਿੱਚ ਦੀ ਨਿਕਲਿਆ। ਗਰੀਬੀ, ਤੰਗੀ, ਮੁਸ਼ਕਿਲਾਂ, ਮੌਤ, ਬਹੁਤ ਕੁਛ ਮੈਂ ਦੇਖਿਆ ਬਚਪਨ ਵਿੱਚ ਵੀ। ਅਤੇ ਫਿਰ ਇੱਥੇ ਹੁਣ ਉਹ ਕੁਛ ਲੱਗਣ ਇੱਦਾਂ ਦੀ ਲੱਗ ਗਈ ਕਿ ਛੋਟੇ ਹੁੰਦਿਆਂ ਤੋਂ ਮੈਂ ਸਾਡੇ ਪਿੰਡ ਮੇਰੇ ਖਿਆਲ 59 ਦੀ ਗੱਲ ਆ, ਜਦੋਂ ਪ੍ਰਤਾਪ ਸਿੰਘ ਕੈਰੋਂ ਹੁੰਦਾ ਸੀ ਪੰਜਾਬ ਦਾ ਚੀਫ ਮਿਨਿਸਟਰ, ਅਤੇ ਕਿਸਾਨਾਂ ਦਾ ਮੋਰਚਾ ਲੱਗਾ ਉਦੋਂ ਬਹੁਤ ਤਕੜਾ ਪੰਜਾਬ ਵਿੱਚ। ਉਹਨਾਂ ਨੇ ਸਾਡੇ ਪਿੰਡ ਵਿੱਚ ਦੀ ਇੱਥੇ ਆਉਂਦੇ ਹੁੰਦੇ ਸੀਗੇ ਜਥੇ ਲੈ ਕੇ, ਰਾਤ ਇੱਥੇ ਠਹਿਰਨਾ ਉਹਨਾਂ ਨੇ। ਅਤੇ ਸਾਡਾ ਪਿੰਡ ਸੀ ਕਾਂਗਰਸੀਆਂ ਦਾ, ਅਤੇ ਉਹਨਾਂ ਨੂੰ ਅਸੀਂ 2-3 ਮੁੰਡਿਆਂ ਨੇ ਰਲ ਕੇ, ਛੋਟੇ ਛੋਟੇ ਸੀ, ਕਿਸੇ ਦੀ ਮੱਝ ਕਿਸੇ ਦੀ ਗਾਂ ਚੋ ਕੇ ਅਸੀਂ ਰਾਤ ਨੂੰ ਬਾਲਟੀ ਦੁੱਧ ਦੀ ਉੱਤੇ ਲੈ ਜਾਣੀ। ਉਹਨਾਂ ਦੇ ਵਿੱਚ ਜਿਹੜੇ ਘਲਾਟੀਏ ਸੀ, ਜਿਹੜੇ ਇਨਕਲਾਬੀ ਕਿਸਮ ਵਿੰਗ ਸੀਗਾ, ਉਹਨਾਂ ਨਾਲ ਉਹਨਾਂ ਦਾ ਅਸਰ ਮੇਰੇ 'ਤੇ ਬਹੁਤ ਹੋਇਆ। ਅਤੇ ਚੌਥੀ ਜਮਾਤ ਤੋਂ ਪੜ੍ਹਦਿਆਂ ਮੇਰਾ ਮਾਸਟਰ ਸੀ ਮੋਹਨ ਸਿੰਘ ਜਮਸ਼ੇਰ ਤੋਂ, ਉਹਨੇ ਮੇਰੇ ਹੱਥ ਝੰਡਾ ਫੜਾ ਦਿੱਤਾ। ਕੁਛ ਮੈਂ ਉਹਦੇ ਰਾਹੀਂ ਅਤੇ ਕੁਛ ਉਹ ਘਲਾਟੀਏ ਜਿਹੜੇ ਮੈਨੂੰ ਮਿਲਦੇ ਸੀ ਬਚਪਨ 'ਤੇ। ਅਤੇ
ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਇਹਨਾਂ ਬਾਰੇ ਮੈਨੂੰ 14-15 ਸਾਲ ਦੀ ਉਮਰ ਤੱਕ ਬਿਲਕੁਲ ਸਟੱਡੀ ਹੋ ਗਈ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਜਿਹੜੀ ਰੋਲ ਆ ਸਾਡੇ ਕੀ ਸੀ, ਅਤੇ ਸਾਡੀ ਜਿਹੜੀ ਅਖੌਤੀ ਆਜ਼ਾਦੀ ਆਈ ਉਹ ਅਸਲ ਦੇ ਵਿੱਚ ਸਾਨੂੰ ਗਰੀਬਾਂ ਲਈ ਤਾਂ ਆਜ਼ਾਦੀ ਆਈ ਨਹੀਂ, ਉਹ ਤਾਂ ਸਰਮਾਏਦਾਰਾਂ ਦੇ ਹੱਥਾਂ ਦੇ ਵਿੱਚ ਆ ਗਈ। ਤੇ ਜਿੱਦਾਂ ਤੁਸੀਂ 10-11 ਸਾਲ ਦੀ ਉਮਰ ਵਿੱਚ ਇੰਗਲੈਂਡ ਗਏ, ਉਹ ਕਿੱਦਾਂ ਬਣਿਆ? ਤੁਸੀਂ ਕਿਹਾ ਜਿੱਦਾਂ ਬਚਪਨ ਗਰੀਬੀ 'ਚ ਬੀਤਿਆ, ਫਿਰ ਇੰਗਲੈਂਡ ਕਿਉਂਕਿ ਉਸ ਸਮੇਂ ਬਹੁਤ ਘੱਟ ਲੋਕ ਸੀ ਜੋ ਬਾਹਰ ਜਾਂਦੇ ਸੀ, ਤੁਹਾਡਾ ਕਿੱਦਾਂ ਸਬੱਬ ਬਣਿਆ? ਉਹ ਸਾਡੇ ਪਾਪਾ ਜੀ ਹੁਣੀ ਜਦੋਂ ਆਏ ਨਾ, ਤੇ ਉਹਨਾਂ ਨੇ ਫਿਰ ਕਿਉਂ ਇੰਗਲੈਂਡ 'ਚੋਂ ਆਏ ਸੀ, ਉਹ ਮੈਨੂੰ ਤਾਂ ਮੇਰੇ ਤੋਂ ਬੜੀ ਭੈਣ ਨੂੰ ਲੈ ਗਏ ਉੱਥੇ। ਤੇ ਉਸ ਵੇਲੇ ਇੰਨਾ ਮੁਸ਼ਕਿਲ ਨਹੀਂ ਸੀ, ਪਰ ਉਸ ਵੇਲੇ ਅਸੀਂ ਪਾਣੀ ਵਾਲੇ ਜਹਾਜ਼ ਵਿੱਚ ਦੀ ਗਏ ਇੱਥੋਂ ਬੰਬੇ ਤੋਂ ਅੱਗੇ 1 ਮਹੀਨੇ ਬਾਅਦ ਇਟਲੀ ਤੋਂ ਅੱਗੇ ਡੋਵਰ ਅਤੇ ਫਿਰ ਇੰਗਲੈਂਡ। ਅਤੇ ਉਹ ਸਮਾਂ ਇੱਕ ਇੱਦਾਂ ਦਾ ਸੀ ਜਦੋਂ ਕਿ ਅੱਜ ਵਾਂਗੂ ਨਹੀਂ ਸੀ ਜਹਾਜ਼ ਪਲੇਨ ਵਿੱਚ ਬੈਠੋ ਅਤੇ ਜਾ ਕੇ ਉਤਰ ਜਾਓ, ਅੱਗੇ ਉੱਥੇ ਸੰਭਾਲਣ ਵਾਲਾ ਕੋਈ ਨਹੀਂ ਸੀ, ਕੰਮ ਨਹੀਂ ਸੀ, ਉੱਥੇ ਦੀਆਂ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਦੇਖੀਆਂ। ਅਤੇ ਮੈਂ 10 ਸਾਲ ਦਾ ਸੀ ਜਦੋਂ ਇੱਥੋਂ ਚਲਾ ਗਿਆ, ਅਤੇ ਕੁਛ ਮੇਰੇ 'ਤੇ ਇੱਥੇ ਦਾ ਅਸਰ ਹੋਣ ਕਰਕੇ ਨਾ, ਅਤੇ ਉੱਥੇ ਵੀ ਅਸੀਂ ਬਹੁਤ ਮੁਸ਼ਕਿਲ ਦੇਖੀ। ਜਦੋਂ ਪਾਪਾ ਜੀ ਸਾਡੇ ਕੰਮ ਕਰਦੇ ਸੀ, ਬਹੁਤ ਥੋੜ੍ਹੀ ਤਨਖਾਹ ਹੁੰਦੀ ਸੀ, ਕਰਦਿਆਂ ਫਿਰ ਮੈਂ 15 ਕੁ ਸਾਲ ਦਾ ਹੋ ਗਿਆ, ਮੈਂ ਵੀ ਫਿਰ ਕੰਮ ਕਰਨ ਲੱਗ ਗਿਆ। ਪੜ੍ਹਾਈ ਤਾਂ ਥੋੜ੍ਹੀ ਜਿਹੀ 3-4 ਸਾਲ ਸਕੂਲ ਵਿੱਚ ਹੀ ਹੋਈ। ਇੱਥੇ ਮੈਂ 5ਵੀਂ-6ਵੀਂ ਜਮਾਤ ਵਿੱਚੋਂ ਗਿਆ ਸੀ ਸਕੂਲ ਤੋਂ, ਅਤੇ ਉੱਥੇ ਮੇਰੇ 'ਤੇ ਫਿਰ ਜਿਹੜਾ ਅਸਰ ਸੀ ਉਹ ਬਹੁਤ ਹੋਇਆ ਕਿ ਵੀ ਅਸੀਂ ਜੇ ਸਾਡਾ ਦੇਸ਼ ਆਜ਼ਾਦ ਆ, ਅਤੇ ਫਿਰ ਸਾਨੂੰ ਬਾਹਰ ਕਿਉਂ ਆਉਣੇ ਦੀ ਲੋੜ ਪੈਂਦੀ ਹੈ, ਅਸੀਂ ਕਿਉਂ ਅਸੀਂ ਪ੍ਰਦੇਸ਼ਾਂ ਦੇ ਧੱਕੇ ਕਿਉਂ ਖਾਂਦੇ ਹਾਂ। ਅਤੇ ਉੱਥੇ ਫਿਰ ਮੇਰੇ ਸ਼ਹਿਰ ਦੇ ਵਿੱਚ ਜਿਹੜਾ ਸੀਗਾ, ਉੱਥੇ ਇੱਕ ਪਾਕਿਸਤਾਨੀ ਮੁਸਲਮਾਨ ਕਿਤਾਬਾਂ ਵੇਚਦਾ ਹੁੰਦਾ ਸੀ ਪੰਜਾਬੀ ਦੀਆਂ ਸਿਨੇਮੇ ਵਿੱਚ, ਉਹਦੇ ਰਾਹੀਂ ਜਿਹੜੇ ਮੈਨੂੰ ਘਰੋਂ ਮਿਲਣੇ ਪੈਸੇ ਆਪਣੇ ਡਿਨਰ ਖਾਣ ਨੂੰ ਸਕੂਲ ਦੇ ਵਿੱਚ, ਉਹਦੀਆਂ ਮੈਂ ਕਿਤਾਬਾਂ ਖਰੀਦਣ ਲੱਗ ਗਿਆ। ਫਿਰ ਉੱਥੇ ਮੈਂ ਲਿਟਰੇਚਰ ਪੜ੍ਹਨਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਤਾਂ ਗਦਰੀ ਬਾਬਿਆਂ ਦਾ ਇਤਿਹਾਸ, ਸ਼ਹੀਦ ਭਗਤ ਸਿੰਘ ਦੀ ਲਾਈਫ, ਕਰਤਾਰ ਸਿੰਘ ਸਰਾਭੇ ਉਹਨਾਂ ਦੀ ਜ਼ਿੰਦਗੀ, ਉਹ ਚੰਗੀ ਤਰ੍ਹਾਂ ਸਟੱਡੀ ਕੀਤੀ ਮੈਂ। ਫਿਰ ਬਾਅਦ ਦੇ ਵਿੱਚ ਰਸ਼ੀਆ ਦਾ ਲਿਟਰੇਚਰ ਜਿਹੜਾ ਸੀ, ਉਹ ਉਹਨਾਂ ਦਾ ਰਸ਼ੀਅਨ ਇਨਕਲਾਬ ਕਿਸ ਤਰ੍ਹਾਂ ਆਇਆ, ਫਰਾਂਸ ਦਾ ਇਨਕਲਾਬ, ਮੇਰੇ 'ਤੇ ਬਹੁਤ ਅਸਰ ਹੋਇਆ। ਤੇ ਜਿੱਦਾਂ ਮਤਲਬ ਕਿ ਤੁਸੀਂ ਬਹੁਤ ਛੋਟੀ ਉਮਰ ਦੇ ਵਿੱਚ ਹੀ ਬਾਹਰ ਚਲੇ ਗਏ ਹੈ ਨਾ, ਫਿਰ ਵੀ ਜਿਹੜਾ ਤੁਹਾਡੇ ਨਾਮ ਦੇ ਪਿੱਛੇ ਕੁੱਕੜ ਪਿੰਡੀਆ ਲੱਗਦਾ, ਆਪਣੇ ਪਿੰਡ ਨਾਲ ਇੱਦਾਂ ਪਿਆਰ, ਕਿਉਂਕਿ 10-11 ਸਾਲ ਦੀ ਉਮਰ ਵਿੱਚ ਕੋਈ ਫਰਕ ਨਹੀਂ ਜ਼ਿਆਦਾ ਪਤਾ ਹੁੰਦਾ ਪਿੰਡ ਕੀ ਆ ਜਾਂ ਇੰਗਲੈਂਡ ਕੀ ਆ, ਇਹ ਮੈਨੂੰ ਬੜੀ ਗੱਲ ਹੈ, ਇਹਦੇ ਬਾਰੇ ਦੱਸੋ। ਇਹ ਮੇਰੀ ਖੁਸ਼ਕਿਸਮਤੀ ਕਹਿ ਲਓ ਜਾਂ ਬਦਕਿਸਮਤੀ ਕਹਿ ਲਓ ਕਿ ਮੈਨੂੰ 4 ਸਾਲ ਦੀ ਉਮਰ ਤੋਂ ਬਾਅਦ, ਅੱਜ ਵੀ 4 ਸਾਲ ਦੀ ਉਮਰ ਤੋਂ ਹਰ ਘਟਨਾ ਯਾਦ ਆ। ਮੇਰੀ ਜਿਹੜੀ ਬ੍ਰੇਨ ਦੀ ਮੈਮਰੀ ਆ ਉਹ ਇੰਨੀ ਸਟਰੋਂਗ ਆ ਵੀ ਜਦੋਂ ਸਾਡੇ ਇੱਥੇ ਜਨਰਲ ਮੋਹਨ ਸਿੰਘ ਨਹੀਂ ਆਏ, 1957-56 ਦੀ ਗੱਲ ਆ, ਅਤੇ ਇੱਥੇ ਬੈਠਿਆ ਉਹਨਾਂ ਨੂੰ ਮੈਂ ਸਲੂਟ ਮਾਰਿਆ, ਅਤੇ ਉਹ ਜਾਣ ਲੱਗੇ ਮੈਨੂੰ, ਫਿਰ ਮੈਂ ਕਵਿਤਾ ਪੜ੍ਹੀ, ਉਦੋਂ ਬੜਾ ਛੋਟਾ ਜਿਹਾ ਸੀ, ਇੱਥੇ ਤਕੀਏ ਸਾਡੇ, ਅਤੇ ਉਹ ਜਾਣ ਲੱਗੇ ਕਹਿੰਦੇ ਵੀ ਇੱਥੇ ਸਾਡੇ ਸਰਪੰਚ ਹੁੰਦੇ ਸੀ, ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਜਨਰਲ ਪੈਦਾ ਹੋ ਚੁੱਕਾ। ਅਤੇ ਅੱਜ ਵੀ ਮੈਨੂੰ ਗੱਲ ਯਾਦ ਹੈ ਉਹਨਾਂ ਦੀ ਜਦੋਂ ਕਾਰ ਜਾਣ ਲੱਗੀ ਨਾ, ਅਤੇ ਮੈਂ ਉਹਨੂੰ ਫਿਰ ਜਾਣ ਲੱਗਿਆ ਉਹਨੂੰ ਸਲੂਟ ਮਾਰਿਆ, ਅਤੇ ਉਹ ਬਾਹਰ ਨਿਕਲ ਆਏ। ਉੱਥੇ ਥੜਾ ਹੁੰਦਾ ਸੀ ਸਾਡੇ ਪੀਪਲ ਥੱਲੇ, ਉੱਥੇ ਖੜੀ ਕਰ ਕਹਿੰਦੇ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿਣਾ ਵੀ ਇਸ ਮੁੰਡੇ ਦਾ ਨਾਂ ਲੈ ਕੇ ਤੁਹਾਡੇ ਪਿੰਡ ਦਾ ਲੋਕ ਨਾਂ ਲਿਆ ਕਰਨਗੇ। ਉਸ ਵੇਲੇ ਮੈਨੂੰ ਨਹੀਂ ਸੀ ਪਤਾ ਕਿ ਇਹਦਾ ਕੀ ਮਤਲਬ ਆ ਜਾਂ ਕੀ ਉਹ ਕਹਿ ਰਹੇ ਆ, ਪਰ ਫਿਰ ਹੁਣ ਮੈਨੂੰ ਮਹਿਸੂਸ ਹੁੰਦਾ ਵੀ ਸ਼ਾਇਦ ਉਹਨਾਂ ਦਾ ਕੀ ਸੋਚ ਹੋਊਗੀ ਵੀ ਅੱਜ ਹੁਣ ਜਦੋਂ ਮੇਰਾ ਲਿਟਰੇਚਰ ਲਿਖਿਆ ਪੜ੍ਹਦੇ ਆ ਲੋਕ ਬਾਹਰਲੇ ਮੁਲਕਾਂ ਵਿੱਚ, ਇੰਗਲਿਸ਼ ਟਰਾਂਸਲੇਸ਼ਨ ਹੋ ਚੁੱਕਾ, ਅਤੇ ਜਦੋਂ ਮੋਹਨ ਸਿੰਘ ਕੁੱਕੜ ਪਿੰਡੀਆ ਕਹਿੰਦੇ ਮੈਨੂੰ ਮਾਣ ਹੁੰਦਾ ਕਿ ਬਈ ਮੇਰੇ ਪਿੰਡ ਦਾ ਨਾਂ ਆ ਗਿਆ। ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਆ ਕਿ ਮੈਂ ਉੱਥੇ ਇੰਗਲੈਂਡ ਦੇ ਨਾਲ ਜਿਹੜਾ ਆਇਰਲੈਂਡ ਮੁਲਕ ਆ ਉਹਦੇ ਬਾਰੇ ਉੱਥੇ ਦੇ ਮੈਂ ਇੱਕ ਨਾਵਲ ਲਿਖਿਆ, ਉਹ ਆਜ਼ਾਦੀ ਬ੍ਰਿਟਿਸ਼ ਚਾਹੁੰਦੇ ਸੀ ਗੁਲਾਮੀ, ਫਿਰ ਉਹ ਇੰਗਲਿਸ਼ ਵਿੱਚ ਟਰਾਂਸਲੇਸ਼ਨ ਹੋਇਆ, ਅਤੇ ਉਸ ਮੁਲਕ ਨੇ ਵੀ ਸਾਡੇ ਉਸ ਪਿੱਛੇ ਪੈ ਗਿਆ, ਤੁਸੀਂ ਲਿਖ ਇੱਥੇ ਛਾਪ ਨਹੀਂ ਸਕਦੇ, ਬਰੰਟ ਕੱਢਤੇ ਮੇਰੇ ਵੀ, ਅਤੇ ਫਿਰ ਉਹ ਆਜ਼ਾਦ ਹੋ ਗਿਆ, ਹੁਣ ਉਹਦਾ ਇੰਡੀਪੈਂਡੈਂਟ ਹੁੰਦਾ ਆਪਣਾ ਬਣ ਗਿਆ ਵਿਧਾਨ ਜਿਹੜਾ, ਅਤੇ ਹੁਣ ਉਹੀ ਨਾਵਲ ਉੱਥੇ ਦੁਨੀਆ ਭਰ ਦੇ ਵਿੱਚ ਇੰਗਲਿਸ਼ 'ਚ ਵਿਕਦਾ। ਉਹਦੇ 'ਤੇ ਜਦੋਂ ਲਿਖਿਆ ਹੁੰਦਾ ਨਾ ਮੋਹਨ ਸਿੰਘ ਕੁੱਕੜ ਪਿੰਡੀਆ, ਉਹਨੇ ਮੈਨੂੰ ਸੱਦ ਕੇ ਬਹੁਤ ਸਨਮਾਨ ਕੀਤਾ। ਫਿਰ ਉਹਨੂੰ ਪੁੱਛਿਆ ਕਿ ਇਹ ਤੇਰਾ ਨਾਂ ਕਿੱਥੋਂ ਆਇਆ, ਕਿਹੜੇ ਪਿੰਡ ਤੋਂ ਕਿੱਥੋਂ ਆ, ਉਹਨਾਂ ਫਿਰ ਗਲੋਬ 'ਤੇ ਦੇਖ ਕੇ, ਅਤੇ ਉੱਥੇ ਉਹ ਬੜੀ ਵਧੀਆ ਚੀਜ਼ ਮੈਨੂੰ ਲੱਗੀ। ਅੱਜ ਵੀ ਉੱਥੇ ਸਟੋਰਮੈਂਟ ਹਾਊਸ ਆ ਆਇਰਲੈਂਡ 'ਚ, ਅਤੇ ਬੈਲਫਾਸਟ, ਉੱਥੇ ਉਹਨਾਂ ਨੇ ਜਿੱਥੇ ਮੈਨੂੰ ਅਵਾਰਡ ਲਈ ਸੱਦਿਆ ਸੀ, ਉਹ ਇੱਕ ਬਹੁਤ ਮੇਰੇ ਲਈ ਮਾਣ ਦੀ ਗੱਲ ਸੀ।
ਇਹ ਕੁੱਕੜ ਪਿੰਡੀਆ ਨਾਂ ਇਸ ਤਰ੍ਹਾਂ ਲੱਗਿਆ ਜਦੋਂ ਅਸੀਂ ਇੰਗਲੈਂਡ ਵਿੱਚ ਗਏ ਨਾ, ਥੋੜ੍ਹੇ ਜਿਹੇ ਸੀਗੇ ਅਸੀਂ ਰਹਿੰਦੇ, ਤੇ ਲੋਕ ਇੱਕ ਦੂਜੇ ਦੇ ਪਿੰਡਾਂ ਦੇ ਨਾਂ ਤੋਂ ਜਾਣਦੇ ਸੀ। ਜਦੋਂ ਕਿਸੇ ਨੇ ਆਵਾਜ਼ ਮਾਰੀ ਉਹ ਫਲਾਨਾ ਜਿਹੜਾ ਜੇ ਹੈਗਾ ਆ ਆਪਣੇ ਜਡਿਆਲੀਆ, ਉਹ ਸਾਡੇ ਪਾਪਾ ਜੀ ਉਹਨਾਂ ਨੂੰ ਕੁੱਕੜ ਪਿੰਡੀਆ ਸੱਦਦੇ ਹੁੰਦੇ ਸੀ, ਚਾਹੇ ਕੁੱਕੜ ਪਿੰਡੀਆ। ਤੇ ਉਹ ਤੋਂ ਫਿਰ ਜਦ ਮੈਂ ਲਿਖਣ ਲੱਗਾ ਨਾ, ਤੇ ਉੱਥੇ ਫਿਰ ਪੰਜਾਬੀ ਦੇ ਅਖਬਾਰ ਸ਼ੁਰੂ ਹੋ ਗਏ, ਤੇ ਮੈਂ ਫਿਰ ਆਪਣੇ ਨਾਂ ਦੇ ਨਾਲ ਆਪਣੇ ਪਿੰਡ ਦਾ ਨਾਂ ਜੋੜ ਲਿਆ। ਤੇ ਅੱਜ ਮੈਨੂੰ ਇਸ ਗੱਲ ਦਾ ਫਕਰ ਆ ਕਿ ਮੇਰੇ ਨਾਲ ਹੁਣ ਕਈ ਵਾਰੀ ਫੋਨ ਆਉਂਦੇ ਜਾਂ ਚਿੱਠੀਆਂ ਆਉਂਦੀਆਂ ਅਮਰੀਕਨ ਯੂਨੀਵਰਸਿਟੀ 'ਚੋਂ, ਜਿਹੜੇ ਸਾਡੇ ਕੋਈ ਆਸਟ੍ਰੇਲੀਆ ਤੋਂ ਸਾਡੇ ਬੱਚੇ ਬਾਹਰ ਗਏ ਉਹ ਪੜ੍ਹਦੇ ਆ, ਉਹ ਮਾਂ ਬਾਪ ਨੂੰ ਪੁੱਛਦੇ ਵੀ ਇਹ ਬੰਦਾ ਕੌਣ ਆ, ਇਹ ਕੁੱਕੜ ਪਿੰਡ ਤੁਸੀਂ ਦੱਸਦੇ ਸਾਡਾ ਪਿੰਡ ਆ। ਤੇ ਉਹ ਬੜੇ ਮਾਣ ਦੀ ਗੱਲ ਮੈਨੂੰ ਮਹਿਸੂਸ ਹੁੰਦੀ ਹੈ ਵੀ ਅੱਜ ਵਰਲਡ ਵਿੱਚ ਪਹੁੰਚ ਗਿਆ ਨਾ। ਤੁਸੀਂ ਇੰਟਰਨੈਟ 'ਤੇ ਮੇਰਾ ਨਾਂ ਪਾਓ ਨਾ, ਤੇ ਵਰਲਡ ਦੇ ਵਿੱਚ ਕਿਸੇ ਵੀ ਦੇਸ਼ ਵਿੱਚ ਬੈਠੇ ਤੁਹਾਨੂੰ ਪਤਾ ਲੱਗਦਾ ਵੀ ਉਸ ਮੋਹਨ ਸਿੰਘ ਕੁੱਕੜ ਪਿੰਡੀਆ ਥੋੜ੍ਹੀ ਇਹਦੀ ਇਹ ਨਾਵਲ ਕਿੱਥੋਂ ਮਿਲਦੇ ਆ। ਹੁਣ ਸਲੇਵਰੀ ਨਾਵਲ ਵਰਲਡ ਵਾਈਡ ਹੋ ਗਿਆ, ਉਹ ਅਮਰੀਕਾ, ਕੈਨੇਡਾ, ਆਪਣੇ ਆਸਟ੍ਰੇਲੀਆ, ਹਰ ਦੇਸ਼ 'ਚੋਂ ਮਿਲਦਾ। ਤੇ ਇੱਥੋਂ ਆਪਣੇ ਵੀ ਦਿੱਲੀ ਤੋਂ ਵੀ ਇੰਗਲਿਸ਼ ਵਿੱਚ ਉਹਦਾ ਪ੍ਰਿੰਟ ਹੁੰਦਾ ਬਾਹਰ। ਤੇ ਲਿਖਣਾ ਕਦੋਂ ਸਟਾਰਟ ਕੀਤਾ, ਕਦੋਂ ਤੁਹਾਨੂੰ ਪਤਾ ਲੱਗਾ ਕਿ ਹਾਂ ਮੈਂ ਹੁਣ ਲਿਖ ਸਕਦਾ ਹਾਂ? ਇਹ ਕਿਸੇ ਆਪਣੇ ਅੰਦਰੋਂ ਆਈ ਜਾਂ ਤੁਹਾਡੇ ਅੰਦਰੋਂ ਕਿਸੇ ਨੇ ਜਗਾਇਆ ਵੀ ਹਾਂ ਤੁਸੀਂ ਲਿਖ ਸਕਦੇ ਆ? ਇਹ ਮੈਨੂੰ ਇੱਕ ਇੱਦਾਂ ਲੱਗਦਾ ਜਦੋਂ ਕੋਈ ਕੁਦਰਤੀ ਗਿਫਟ ਹੁੰਦਾ। ਅੱਛਾ ਜੀ। ਤੁਹਾਨੂੰ ਨਾ ਜਿੱਦਾਂ ਮੈਂ 10-12 ਕੁ ਸਾਲ ਦਾ ਹੌਲੀ ਹੌਲੀ ਕਵਿਤਾ ਲਿਖਣ ਲੱਗਾ, ਫਿਰ 1965 ਵਿੱਚ ਉੱਥੇ ਅਖਬਾਰ ਨਿਕਲਣ ਲੱਗ ਗਿਆ, ਦੇਸ਼ ਪ੍ਰਦੇਸ਼, ਪੰਜਾਬ ਟਾਈਮਸ, ਤੇ ਉਹਦੇ ਵਿੱਚ ਮੈਂ ਛੋਟੀਆਂ 2-3 ਕਹਾਣੀਆਂ ਲਿਖੀਆਂ। ਤੇ ਉੱਥੇ ਬਾਰੇ ਤੇ ਉਹ ਲਿਖਦੇ ਤਾਂ ਪਤਾ ਨਹੀਂ ਕੀ ਵਜ੍ਹਾ ਹੋਈ, ਮੈਂ ਸਮਝਦਾ ਵੀ ਜਿਹੜੀ ਮੈਂ ਜ਼ਿੰਦਗੀ ਦੇਖੀ ਸੀ ਨਾ, ਦੁੱਖ, ਮੁਸੀਬਤਾਂ, ਗਰੀਬੀ, ਉਹਦੇ ਵਿੱਚੋਂ ਇਹ ਦੇਣ ਮੈਨੂੰ ਮਿਲ ਗਈ। ਇੱਕ ਮੇਰੀ ਮਾਂ ਦੀ ਲਾਈਫ ਜਿਹੜੀ ਸੀ ਉਹ ਬਹੁਤ ਸੀਰੀਅਸ ਸੀ, ਉਹਨਾਂ ਨੇ ਵੀ ਪਿੱਛੋਂ ਬੜੀ ਜ਼ਿੰਦਗੀ ਔਖੀ ਦੇਖੀ ਸੀ, ਉਹਨਾਂ ਦਾ ਵੀ ਦੁੱਖਾਂ ਦਾ ਅਸਰ ਮੇਰੇ 'ਤੇ ਬਹੁਤ ਸੀਗਾ। ਤੇ ਉਹ ਫਿਰ ਇੱਕ ਕੁਦਰਤੀ ਗਿਫਟ ਸਮਝਦਾ ਮੈਂ ਵੀ ਜਿਹੜਾ ਮੈਨੂੰ ਮਿਲ ਗਿਆ। ਫਿਰ ਮੈਂ ਸ਼ੁਰੂ ਕਰ ਦਿੱਤਾ ਲਿਖਣਾ। ਪਹਿਲਾ ਨਾਵਲ ਹੀ ਮੈਂ ਫਿਰ ਇਹ ਲਿਖਿਆ, ਖੂਨ ਗਰੀਬਾਂ ਦਾ, ਤੇ ਅੱਜ ਤੋਂ 50 ਸਾਲ ਪਹਿਲਾਂ ਉਹ ਛਪਿਆ ਉੱਥੇ ਦਿੱਲੀ, ਤੇ ਉਹ ਕਿਸਾਨ ਮੋਰਚੇ 'ਤੇ ਸੀ। ਤੇ ਉਸ ਤੋਂ ਬਾਅਦ ਫਿਰ ਉਹ ਜਿਸ ਤਰ੍ਹਾਂ ਤੁਹਾਡਾ ਬਣੀ ਇਸ ਤਰ੍ਹਾਂ ਗਿਆ ਵੀ ਮੈਨੂੰ ਲਿਖਣੋਂ ਮੈਂ ਰੁਕਿਆ ਨਹੀਂ, ਹਟ ਹੀ ਨਹੀਂ ਸਕਦਾ। ਉਹ ਜਿਹੜੀ ਨੈਚੁਰਲ ਗਿਫਟ ਮੈਂ ਸਮਝਦਾ ਮਿਲ ਗਿਆ। ਤੁਹਾਡੇ ਇਸ ਸਫ਼ਰ ਦੇ ਵਿੱਚ ਤੁਹਾਡਾ ਕਿਸੇ ਨੇ ਸਾਥ ਦਿੱਤਾ? ਹਾਂ, ਮੇਰਾ ਸਾਥ ਮੇਰੀ ਵਾਈਫ ਨੇ ਬਹੁਤ ਦਿੱਤਾ। ਹੁਣ ਉਹਨਾਂ ਨੂੰ ਪੂਰੇ ਹੋਇਆਂ ਨੂੰ 32 ਸਾਲ ਹੋ ਗਏ ਆ, ਤੇ ਉਹਨਾਂ ਨੂੰ ਫਕਰ ਸੀ ਮੇਰੇ 'ਤੇ ਕਿ ਮੈਂ ਲਿਖਦਾ ਰਹੀ ਹਾਂ ਤੇ ਜ਼ਰੂਰ ਲਿਖਾਂ। ਮੈਨੂੰ ਬੜਾ ਹੌਸਲਾ ਦਿੱਤਾ ਉਹਨਾਂ ਨੇ। ਤੇ ਇਹਦੇ 'ਚ ਮੈਂ ਇੱਕ ਤੁਹਾਨੂੰ ਹੈਰਾਨੀ ਦੀ ਗੱਲ ਦੱਸਦਾ ਕਿ ਜਦੋਂ ਮੈਂ ਸਲੇਵਰੀ ਨਾਵਲ ਦਾ ਟਰਾਂਸਲੇਸ਼ਨ ਕੀਤਾ ਨਾ, ਗੁਲਾਮੀ ਦਾ, ਤੇ ਉੱਥੇ ਉਹ ਕਹਿੰਦੇ ਵੀ ਅਸੀਂ ਇਹਨੂੰ 500 ਪਾਉਂਡ ਖਰਚ ਆਊਗਾ ਟਰਾਂਸਲੇਸ਼ਨ ਦਾ। ਤੇ ਉਹ ਮੈਂ ਬੈਠਾ ਸੀ ਤੇ ਉਹ ਕਹਿੰਦੇ ਵੀ ਤੁਸੀਂ ਉਦਾਸ ਕਿਉਂ ਆ? ਮੈਂ ਕਿਹਾ ਯਾਰ 500 ਪਾਉਂਡ ਤਾਂ ਮੇਰੇ ਕੋਲ ਹੈ ਨਹੀਂ, ਉਸ ਟਾਈਮ ਬਹੁਤ ਵੱਡੀ ਚੀਜ਼ ਸੀ, ਇਹਨੂੰ ਟਰਾਂਸਲੇਸ਼ਨ ਕਰਨ ਦਾ ਆਪਾਂ ਪੈਸੇ ਕਿੱਥੋਂ ਦੇਵਾਂਗੇ? ਤੇ ਉਸੇ ਰਾਤ ਉਹਨੇ ਮੈਨੂੰ 500 ਪਾਉਂਡ ਕਿਤੋਂ ਜੋੜਿਆ ਲਿਆ ਕੇ ਦੇ ਦਿੱਤਾ। ਮੈਨੂੰ ਕਹਿੰਦੇ ਵੀ ਮੈਂ ਆਪਣੀ ਬੇਟੀ ਲਈ, ਮੇਰੇ 2 ਲੜਕੇ, ਇੱਕ ਬੇਟੀ ਆ, ਤੇ ਉਹਦੇ ਲਈ ਵਿਆਹ ਲਈ ਜੋੜਦੀ ਸੀ। ਅਜੇ ਇਹਦਾ ਵਿਆਹ ਤਾਂ ਬਹੁਤ ਛੋਟੀ ਜਿਹੀ ਸੀ, ਅਜੇ ਤਾਂ ਵਿਆਹ ਬਹੁਤ ਦੇਰ ਨੂੰ ਕਰਨਾ, ਤੁਸੀਂ ਇਹ ਕਿਤਾਬ ਕਢਾਓ ਆਪਣੀ। ਤੇ ਇਹ ਉਹਦੀ ਬੜੀ ਵੱਡੀ ਮੇਰੇ ਲਈ ਦੇਣ ਹੈ। ਅੱਜ ਵੀ ਮੈਂ ਸੋਚਦਾ ਵੀ ਜਿਹਨੇ ਉਸ ਟਾਈਮ ਉਹਨੂੰ ਕਿੰਨਾ ਚਾਅ ਸੀ, ਖੁਸ਼ੀ ਸੀ ਵੀ ਇਹਨਾਂ ਦੀ ਜਿਹੜੀ ਇਹ ਲਿਖਤ ਆ ਦੁਨੀਆ ਦੇ ਵਿੱਚ ਪਹੁੰਚੇ। ਤੇ ਜਿੱਦਾਂ ਤੁਹਾਡਾ ਪਹਿਲਾ ਨਾਵਲ ਆਇਆ ਖੂਨ ਗਰੀਬਾਂ ਦਾ, ਇਹ ਤੁਸੀਂ ਕੀ ਸੋਚ ਕੇ ਲਿਖਿਆ? ਤੇ ਇਹ ਮਤਲਬ ਕਿ ਲਿਖਣ 'ਚ, ਕਿਉਂਕਿ ਤੁਹਾਡਾ ਪਹਿਲਾ ਨਾਵਲ ਸੀ, ਕੀ ਔਕੜਾਂ ਦਾ ਸਾਹਮਣਾ ਕਰਨਾ ਪਿਆ? ਇਹਦਾ ਅਸਲ ਵਿੱਚ ਉਹ ਜਿਹੜਾ ਕਿਸਾਨ ਮੋਰਚਾ ਲੱਗਾ ਨਾ 59-60 ਵਿੱਚ, ਉਹਦੀ ਕਹਾਣੀ ਆ ਇਹ। ਇੱਥੇ ਲੱਗਾ ਸਾਡੇ ਪਿੰਡ, ਤੇ ਸਾਡੇ ਪਿੰਡ ਇੱਕ ਬੰਦਾ ਹੁੰਦਾ ਸੀ, ਉਹਨੂੰ ਜਥੇਦਾਰ ਕਹਿੰਦੇ ਹੁੰਦੇ ਸੀ, ਉਹ ਇਹਦੇ ਅਗੇਂਸਟ ਸੀ। ਉਹ ਬਹੁਤ ਜ਼ਿਆਦਾ ਸਰਪੰਚ ਸਾਡਾ ਅਗੇਂਸਟ ਹੁੰਦਾ ਸੀ ਕਿ ਸਾਡੇ ਪਿੰਡ ਵਿੱਚੋਂ ਨਹੀਂ ਕਿਸੇ ਨੇ ਵੀ ਜਾਣਾ ਇਸ ਮੋਰਚੇ ਦੇ ਵਿੱਚ। ਤੇ ਉਹਦੀ ਜਿਹੜੀ ਕਹਾਣੀ ਸੀ ਉਹ ਕੁਛ ਤਾਂ ਮੇਰੀ ਆਪਣੀ ਪੇਰੈਂਟਸ ਦੀ ਲਾਈਫ ਉਹਦੇ 'ਚ ਆ ਗਈ, ਕੁਛ ਫਿਰ ਜਿਹੜੀ ਉਹ ਇਨਕਲਾਬੀ ਕਿਸਮ ਦੀ ਜਿਹੜੀ ਉਹ ਮੋਰਚੇ ਦੇ ਵਿੱਚ ਘਟਨਾਵਾਂ ਸੁਣੀਆਂ ਉਹ ਆ ਗਈਆਂ ਵਿੱਚ। ਉਸ ਟਾਈਮ ਜਦੋਂ 1973 ਵਿੱਚ ਉਹ ਛਪਿਆ ਦਿੱਲੀ, ਤੇ ਉਹ ਉੱਥੋਂ ਮੈਨੂੰ ਨਵਯੁਗ ਪ੍ਰੈਸ ਦੇ ਮਾਲਕ ਨੇ ਲਿਖਿਆ ਜੀ ਵੀ ਸਾਨੂੰ ਉਸ ਟਾਈਮ 1000 ਕਾਪੀ ਬੜੀ ਮੁਸ਼ਕਿਲ ਨਾਲ ਵਿਕਦੀ ਆ, ਤੇ ਤੁਹਾਡੀਆਂ 1 ਸਾਲ 'ਚ 3000 ਕਾਪੀਆਂ ਵਿਕੀਆਂ। ਉਹਦਾ ਰਿਸਪੌਂਸ ਬਹੁਤ ਵਧੀਆ ਮਿਲਿਆ ਮੈਨੂੰ, ਅੱਜ ਵੀ ਮਿਲਦਾ। ਤੇ ਫਿਰ ਮੈਂ ਉਹ ਨਾਵਲ ਛਪਾਉਣਾ ਬੰਦ ਕਰ ਦਿੱਤਾ, ਤੇ ਹੋਰ ਲਿਖਦਾ ਗਿਆ। ਮੈਂ ਕਿਹਾ ਇਹ ਤਾਂ ਪਹਿਲਾ ਨਾਵਲ ਹੈ, ਇਹ ਮੈਨੂੰ ਹੁਣ ਇਹਦਾ ਕੋਈ ਚੰਗਾ ਨਹੀਂ ਲੱਗਦਾ। ਹੁਣ ਜਦੋਂ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਮੋਰਚਾ ਸ਼ੁਰੂ ਹੋਇਆ ਦਿੱਲੀ ਦੀਆਂ ਸਰਹੱਦਾਂ 'ਤੇ, ਤੇ ਉਹੀ ਲਹਿਰ ਮੁੜ ਕੇ ਫਿਰ ਉੱਠੀ।
ਹਾਂਜੀ। ਤੇ ਮੈਨੂੰ ਜਿਹਨੇ ਵੀ ਉਹ ਪੜ੍ਹਿਆ ਸੀ ਉਹਨੂੰ ਕਿਸੇ ਪਬਲਿਸ਼ਰ ਨੇ ਕਿਹਾ ਵੀ ਅਸਲ ਵਿੱਚ ਉਹ ਮੁੱਢ ਉਸ ਨਾਵਲ ਦਾ, ਜੇ ਉਸ ਅੱਛਾ ਜੀ। ਉਹ ਜਿਹੜਾ ਸੀ ਨਾ ਕਿਸਾਨ ਮੋਰਚੇ ਦਾ, ਇਹਨੂੰ ਤੁਸੀਂ ਮੁੜ ਕੇ ਛਪਾਓ। ਤੇ ਇਹ ਨਾਵਲ ਹੁਣ ਫਿਰ ਦੁਬਾਰਾ 50 ਸਾਲ ਬਾਅਦ ਛਪਿਆ ਤੇ ਹੁਣ ਉਹ ਖੂਨ ਗਰੀਬਾਂ ਦਾ। ਤੇ ਮੈਂ ਸਮਝਦਾ ਵੀ ਇਹ ਇੱਕ ਬੜੀ ਵੱਡੀ ਉਹ ਪਬਲਿਸ਼ਰਾਂ ਦੀ ਵੀ ਤੇ ਉਹ ਦੇਣ ਹੈਗੀ ਆ, ਜਿਹੜੀ ਮੁੜ ਕੇ ਫਿਰ ਉਹ ਹੀ ਲਹਿਰ ਜਿਹੜੀ ਉੱਠੀ, ਉਹਦਾ ਅਗਲਾ ਹਿੱਸਾ ਜਿਹੜਾ ਸੀ ਉਹ ਹੁਣ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਨੇ ਆਪਣੇ ਮੋਢਿਆਂ ਤੇ ਚੁੱਕਿਆ। ਹਾਂਜੀ। ਤੇ ਮਤਲਬ ਕਿ ਤੁਸੀਂ ਲੈਫਟ ਵਿੰਗ ਦੇ ਹਮਾਇਤੀ ਆ, ਹਨਾ? ਉਹਦੇ ਬਾਰੇ ਦੱਸੋ। ਇਹਦਾ ਕਾਰਨ ਇਹ ਆ ਕਿ ਜਦੋਂ ਮੈਂ ਉੱਥੇ ਇੰਗਲੈਂਡ ਵਿੱਚ ਗਿਆ ਸੀ ਨਾ, ਉੱਥੇ ਸਾਨੂੰ ਛੋਟੇ ਹੁੰਦੇ ਸਕੂਲ ਦੇ ਵਿੱਚ ਗਾਲ ਕੱਢਦੇ ਹੁੰਦੇ ਸੀ ਬਹੁਤ, ਉਹ ਬਲੈਕ ਬਾਸਟਰਡ ਕਹਿ ਕੇ। ਤੁਹਾਡਾ ਨਾਵਲ ਵੀ ਆਇਆ ਸੀ ਨਾਵਲ, ਫਿਰ ਮੈਂ ਇੱਕ ਨਾਵਲ ਲਿਖਿਆ ਬਲੈਕ ਬਾਸਟਰਡ ਦੇ ਉੱਤੇ। ਤੇ ਉਦੋਂ ਤਾਂ ਸਾਨੂੰ ਉਹਦਾ ਮਤਲਬ ਨਹੀਂ ਸੀ ਪਤਾ ਕੀ ਹੁੰਦਾ, ਸੱਸ ਦੇਈਦਾ ਜੀ। ਫਿਰ ਉਹਦਾ ਮਤਲਬ ਪਤਾ ਵੀ ਇੱਕ ਬਹੁਤ ਭੈੜੀ ਗਾਲ ਆ ਸਾਨੂੰ ਕੱਢਦੇ ਜਿਹੜੀ। ਤੇ ਫਿਰ ਬੈਠੇ ਸੋਚੀਦਾ ਸੀ ਵੀ ਜੇ ਅਸੀਂ, ਸਾਡਾ ਦੇਸ਼ ਦੇਖੋ, ਜੇ ਆਜ਼ਾਦ ਹੋ ਚੁੱਕੇ ਆ, ਇੰਡੀਪੈਂਡੈਂਟ ਆ, ਜਿਹੜੇ ਅਸੀਂ ਲੋਕਾਂ ਤੋਂ, ਲੀਡਰਾਂ ਤੋਂ ਭਾਸ਼ਣ ਸੁਣਦੇ ਆ, ਵੀ ਜੇ ਅਸੀਂ ਆਜ਼ਾਦ ਤੇ ਸਾਨੂੰ ਉੱਥੇ ਕਿਉਂ ਨਹੀਂ ਰੋਟੀ ਮਿਲ ਸਕਦੀ? ਤੇ ਉਸ ਦੇਸ਼ ਵਿੱਚ ਰਹਿ ਕੇ ਫਿਰ ਉਹਦੇ ਕਾਰਨ ਜਿਹੜੇ ਸੀਗੇ ਉਹ ਇਹ ਲੱਗੇ ਵੀ ਉਹ ਜਿਹੜਾ ਦੇਸ਼ ਦੀ ਅਸਲ ਆਜ਼ਾਦੀ ਆ ਉਹ ਹੁੰਦੀ ਆ ਕਿ ਹਰ ਗਰੀਬ ਨੂੰ ਉਹਦੀ ਫਰਿਆਦ ਸੁਣੀ ਜਾਵੇ। ਅਸਲੀ ਆਜ਼ਾਦੀ ਉਹ ਆ ਜਿੱਥੇ ਇੱਕ ਇਨਕਲਾਬ ਆ ਕੇ ਲੋਕਾਂ ਦਾ ਜਿਹੜਾ ਗਰੀਬ ਤਬਕਾ ਉਹ ਉੱਠਿਆ ਜਾਂਦਾ, ਉਹਦੇ ਹੱਥਾਂ 'ਚ ਰਾਜ ਆਵੇ। ਆਪਣੇ ਹਿੰਦੁਸਤਾਨ 'ਚ ਕੀ ਹੋਇਆ ਵੀ ਉਹ ਚਿੱਟਾ ਅੰਗਰੇਜ਼ ਚਲਾ ਗਿਆ, ਕਾਲੇ ਅੰਗਰੇਜ਼ ਦੇ ਹੱਥ ਆ ਗਿਆ, ਉਹਨੇ ਉਹੀ ਕੁਛ ਰੱਖਿਆ, ਜੇ ਉਹੀ ਪੁਲਿਸ ਫੋਰਸ ਦਾ ਸਿਸਟਮ, ਉਹੀ ਬਾਕੀ ਦਾ ਡੰਡੇ ਦੇ ਜ਼ੋਰ ਨਾਲ ਗਰੀਬਾਂ ਨੂੰ ਚਿੱਥੜੀ ਜਾਓ। ਤੇ ਉਹ ਜਿਹੜਾ ਸਿਸਟਮ ਹੈ ਉਹ ਫਿਰ ਬਾਅਦ ਵਿੱਚ ਪਤਾ ਲੱਗਦਾ ਵੀ ਸਾਨੂੰ ਆਜ਼ਾਦੀ ਕਾਹਦੀ ਮਿਲੀ ਜਦ ਅਸੀਂ ਪ੍ਰਦੇਸ਼ ਦੇ ਧੱਕੇ ਖਾਂਦੇ ਫਿਰਦੇ ਹਾਂ। ਤੇ ਅੱਜ ਵੀ ਮੈਂ ਕਹਿੰਦਾ ਵੀ ਜੇ ਸਾਡਾ ਦੇਸ਼ ਵਿੱਚ ਉਹ ਸਿਸਟਮ ਇੱਦਾਂ ਦਾ ਹੋਵੇ ਜਿਹਦੇ ਨਾਲ ਹਰ ਗਰੀਬ, ਹੁਣ ਬਹੁਤ ਦੁੱਖ ਹੁੰਦਾ ਜਦੋਂ ਬੱਚੇ ਬਾਹਰ ਨੂੰ ਨੱਠਦੇ ਆ, ਉਹ ਕਰਨ ਵੀ ਕੀ ਫਿਰ, ਕਿਉਂਕਿ ਇੱਥੇ ਦਾ ਜਿਹੜਾ ਸਿਸਟਮ ਹੈ ਉਹ ਤਾਂ ਇੱਦਾਂ ਦਾ ਬਣ ਗਿਆ, ਹੁਣ ਉਹਦੀਆਂ ਜੜ੍ਹਾਂ ਹੀ ਬਣ ਗਈਆਂ ਕਰਪਸ਼ਨ, ਬੇਈਮਾਨੀ, ਲੁੱਟ-ਮਾਰ ਦੇ ਵਿੱਚ। ਤੇ ਉਹਦਾ ਹੁਣ ਹੱਲ ਹੀ ਨਹੀਂ ਦਿਸਦਾ ਕੋਈ ਵੀ ਬਦਲ ਵੀ ਕਦੇ ਹੋ ਸਕਦਾ। ਤੇ ਇਸ ਕਰਕੇ ਮੇਰੀ ਜਿਹੜੀ ਸੋਚ ਸੀ ਉਹ ਲੈਫਟ ਵਿੰਗ ਵੱਲ ਨੂੰ ਤੁਰੀ। ਫਿਰ ਆਪਣੇ ਜਿਹੜੀਆਂ ਮੂਵਮੈਂਟ ਉੱਠੀਆਂ ਪੰਜਾਬ 'ਚ, ਨਕਸਲਵਾੜੀ ਲਹਿਰ ਉੱਠੀ, ਕੋਈ ਖੱਬੇ ਪੱਕੀ ਲਹਿਰ ਹੋਰ ਉੱਠੀ, ਲੋਕਾਂ ਦਾ ਆਵਾਜ਼ ਉੱਠੀ, ਲੋਕਾਂ ਨੇ ਪ੍ਰੋਟੈਸਟ ਕੀਤੇ, ਉਹਨਾਂ ਬਾਰੇ ਮੈਨੂੰ ਉੱਥੇ ਬੈਠਿਆਂ ਹੀ ਬਹੁਤ ਜਾਣਕਾਰੀ ਮਿਲਦੀ ਰਹੀ। ਫਿਰ ਮੈਂ ਉਹਨਾਂ ਦੀ ਅਖਬਾਰਾਂ ਰਾਹੀਂ, ਪੇਪਰਾਂ ਰਾਹੀਂ ਤੇ ਦੋਸਤਾਂ ਮਿੱਤਰ ਰਾਹੀਂ ਬਹੁਤ ਪੜ੍ਹਿਆ। ਉੱਥੇ ਵੀ ਇੰਡੀਅਨ ਵਰਕਰ ਐਸੋਸੀਏਸ਼ਨ ਬਣ ਗਏ ਤੇ ਜਿਹੜੀ ਥੋੜ੍ਹਾ ਬਹੁਤ ਇੱਦਾਂ ਦੀ ਨੌਲੇਜ ਰੱਖਦੇ ਸੀ, ਉਹਦੇ ਵਿੱਚ ਸਾਨੂੰ ਬਹੁਤ ਪਤਾ ਲੱਗਦਾ ਰਹਿੰਦਾ ਸੀ ਇੰਡੀਆ ਦਾ। ਉਹਦੇ ਤੋਂ ਮੇਰੀ ਜੀ ਸੋਚ ਸੀ ਉਹ ਲੈਫਟ ਵਿੰਗ ਨੂੰ ਹੋ ਗਈ। ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਜਿਹੜੇ ਬਹੁਤ ਸਾਰੇ ਪੰਜਾਬੀ ਆ ਉਹ ਬਾਹਰ ਜਾਂਦੇ ਆ, ਹੈ ਨਾ? ਤੇ ਪਰ ਤੁਸੀਂ ਜਿੱਦਾਂ ਬਹੁਤ ਸਾਰੇ ਨਾਵਲ ਲਿਖੇ ਆ, ਗੋਰੀਆਂ ਨਾਵਲ, ਵੈਰਨ ਵਲਾਏ, ਤੇ ਜਿਹੜੇ ਕਿ ਪੰਜਾਬ ਦੇ ਲੋਕਾਂ ਦੀਆਂ ਹਾਲਾਤਾਂ ਬਾਰੇ ਦੱਸਦੇ ਆ ਕਿ ਉਹਨਾਂ ਦੇ ਬਾਹਰ ਕਿੱਦਾਂ ਹਾਲਾਤ ਆ, ਇੰਗਲੈਂਡ ਵਰਗੇ ਦੇਸ਼ ਜਾਂ ਕੈਨੇਡਾ, ਅਮਰੀਕਾ ਦੇ ਵਿੱਚ। ਫਿਰ ਵੀ ਕੀ ਕਾਰਨ ਆ ਕਿ ਲੋਕ ਉੱਥੇ ਇੱਦਾਂ ਦੇ ਹਾਲਾਤਾਂ ਵਿੱਚ ਵੀ ਰਹਿਣਾ ਵਧੀਆ ਮੰਨਦੇ ਆ, ਆਪਣਾ ਦੇਸ਼ ਛੱਡ ਕੇ? ਉਹਦਾ ਕਾਰਨ ਇਹ ਆ ਕਿ ਉੱਥੇ ਉਹ ਇੱਕ ਬਹੁਤ ਸ਼ੈਤਾਨ ਬਿਜ਼ਨਸਮੈਨਾਂ ਦੇ ਦੇਸ਼ ਆ। ਉੱਥੇ ਤੁਹਾਨੂੰ ਆਜ਼ਾਦੀ ਆ ਬੋਲਣ ਦੀ, ਲਿਖਣ ਦੀ, ਪੜ੍ਹਨ ਦੀ, ਤੇ ਫਿਰ ਰੁਜ਼ਗਾਰ ਦੀ। ਗੌਰਮੈਂਟਾਂ ਜਿਹੜੀਆਂ ਉਹਨਾਂ ਦੀ ਗਰੰਟੀ ਆ। ਹੁਣ ਬੱਚੇ ਜਿਹੜੇ ਉੱਥੇ ਪੜ੍ਹਦੇ ਆ, ਯੂਨੀਵਰਸਿਟੀਆਂ 'ਚੋਂ ਚਲੇ ਜਾਂਦੇ ਅੱਗੇ ਜਾ ਕੇ, ਉਹਨਾਂ ਦੀ ਨੌਕਰੀਆਂ ਹੈਗੀਆਂ, ਪਰ ਉਹ ਗੌਰਮੈਂਟ ਦੀ ਜ਼ਿੰਮੇਵਾਰੀ ਆ। ਫਿਰ ਉਹਨੇ ਸਿਸਟਮ ਐਸਾ ਬਣਾਇਆ ਆ, ਹੁਣ ਮੈਂ ਇੰਗਲੈਂਡ ਵਿੱਚ 60 ਸਾਲ ਹੋ ਗਿਆ ਗਏ ਨੂੰ, ਉਹਨੇ ਇੱਦਾਂ ਦਾ ਸਿਸਟਮ ਬਣਾਇਆ ਆ ਕਿ ਜਿਹੜਾ ਬੰਦਾ ਵਿਹਲਾ ਵੀ ਆ ਨਾ, ਉਹਦੇ ਲਈ ਵੀ ਉਹਨਾਂ ਉਹ ਖਰਚਾ ਦਿੰਦੇ ਆ ਵੀ ਉਹ ਖਾ ਪੀ ਸਕੇ, ਰੋਟੀ ਖਾ ਸਕੇ। ਤੇ ਜਾਣੀ ਕੰਮ ਜਿਹੜਾ ਕੋਈ ਮਰਜ਼ੀ ਨਾਲ ਨਾ ਕਰੇ ਤਾਂ ਜ਼ਰੂਰੀ ਗੱਲ ਨਹੀਂ, ਤਾਂ ਹਰ ਇੱਕ ਲਈ ਕਿਸੇ ਨਾ ਕਿਸੇ ਤਰ੍ਹਾਂ ਦਾ ਕੰਮ ਉਹਨਾਂ ਕੋਲ ਜ਼ਰੂਰ ਹੈਗਾ, ਮਿਲਦਾ ਆ। ਤੇ ਇੱਕ ਉੱਥੇ ਦਾ ਜਿਹੜਾ ਸਿਸਟਮ ਆ, ਦੇਖੋ ਅੱਜ ਵੀ ਸਾਡਾ ਜਿਹੜਾ ਉੱਥੇ, ਮੈਂ ਇੱਕ ਮਿਸਾਲ ਦਿੰਦਾ ਵੀ ਉੱਥੇ ਪੁਲਿਸ ਵਾਲਾ ਕੋਈ ਤੁਹਾਨੂੰ ਦਿਸ ਹੋਵੇ ਨਾ ਕਾਰ ਵਿੱਚ ਜਾਂਦਿਆਂ ਨੂੰ, ਤੇ ਪਹਿਲਾਂ ਉਹ ਤੁਹਾਨੂੰ ਮੋਰਨਿੰਗ ਸਰ ਕਹਿ ਕੇ ਬੁਲਾਊਗਾ, ਫਿਰ ਉਹਨੂੰ ਤੁਹਾਨੂੰ ਖੁਸ਼ੀ ਚੜ੍ਹ ਜਾਂਦੀ ਆ ਵੀ ਇਹ ਜਿਹੜਾ ਪੁਲਿਸ ਵਾਲੇ ਨੂੰ ਦੇਖ ਕੇ, ਇੱਥੇ ਤਾਂ ਬੰਦਾ ਉੱਦਾਂ ਹੀ ਘਬਰਾ ਜਾਂਦਾ ਦੇਖ ਕੇ, ਤੇ ਇਹਨਾਂ ਮੇਰਾ ਬਾਹ ਕਿੱਥੇ ਪੈ ਗਿਆ ਇਹਦੇ ਨਾਲ। ਤੇ ਉਹ ਜਿਹੜਾ ਉੱਥੇ ਕਾਨੂੰਨ ਆ, ਫਿਰ ਉਹ ਲੋਕ ਜਿਹੜੇ ਹੁਣ ਉੱਥੇ ਖੁਸ਼ਹਾਲ ਆ, ਕਾਰੋਬਾਰ ਕਰਦੇ ਆ, ਵਧੀਆ ਨੌਕਰੀਆਂ ਉਹਨਾਂ ਦੀਆਂ, ਆਪਣੇ ਸਾਡੇ ਬੱਚਿਆਂ ਦੀਆਂ ਹੁਣ ਬਹੁਤ ਵਧੀਆ ਨੌਕਰੀਆਂ ਬਾਹਰ। ਉਹ ਹੁਣ ਤਾਂ ਸਾਡੀਆਂ ਕੁੜੀਆਂ ਜੱਜ ਲੱਗੀਆਂ ਉੱਥੇ, ਮੈਜਿਸਟ੍ਰੇਟ ਆ, ਤੇ ਹੁਣ ਉਹ ਬਹੁਤ ਟੌਪ ਦੇ ਨੌਕਰੀਆਂ ਜਾ ਚੁੱਕੇ ਆ। ਹੁਣ ਪਾਰਲੀਮੈਂਟ ਵਿੱਚ ਚਲੇ ਗਏ ਮੁੰਡੇ ਕੁੜੀਆਂ ਆਪਣੇ, ਤੇ ਉਹ ਹਾਲਤ ਉਹਨਾਂ ਨੂੰ ਇੱਥੇ ਆ ਕੇ ਤਾਂ ਰਹਿ ਹੀ ਨਹੀਂ ਸਕਦੇ ਕਦੇ ਵੀ, ਹੈ ਨਾ? ਤੇ ਜਿੱਦਾਂ ਤੁਸੀਂ ਇੰਗਲੈਂਡ ਵਿੱਚ ਰਹੇ ਆ, ਇੰਗਲੈਂਡ ਦੇ ਵਿੱਚ ਹਮੇਸ਼ਾ ਤੋਂ ਨਕਸਲਵਾਦ, ਰੇਸਿਜ਼ਮ ਜਿਹੜਾ ਆ ਉਹ ਹੁੰਦਾ ਰਿਹਾ। ਤੁਸੀਂ ਇੱਥੇ ਨਾਵਲ ਵੀ ਲਿਖਿਆ, ਉਹਦੇ ਬਾਰੇ ਦੱਸੋ।
ਅੱਜ ਵੀ ਮਤਲਬ ਕਿ ਬਹੁਤ ਸਾਰੀਆਂ ਜਗ੍ਹਾਵਾਂ ਤੇ ਦੇਖ ਪਾਇਆ ਜਾਂਦਾ ਇੰਗਲੈਂਡ ਦੇ ਵਿੱਚ ਕਿ ਰੇਸਿਜ਼ਮ ਖਬਰਾਂ ਹੋਈਆਂ। ਉਹ ਪਿੱਛੇ ਜੇ ਇੱਕ ਜਵਾਨ ਮੁੰਡੇ ਨੇ ਟੀਨੇਜ ਨੇ ਮੌਤ ਸੁਸਾਈਡ ਕਰ ਲਿਆ ਸੀ ਕਿਉਂਕਿ ਉਹਨਾਂ ਸਕੂਲ ਦੇ ਵਿੱਚ ਹੋਇਆ ਸੀ। ਤੇ ਕਿਤੇ ਨਾ ਕਿਤੇ ਅੱਜ ਵੀ ਉੱਦਾਂ ਹੀ ਆ ਜਿੱਦਾਂ ਪਹਿਲਾਂ ਸਮੇਂ 'ਚ ਸੀ। ਵੀ ਇਹਦਾ ਕੀ ਕਾਰਨ ਆ? ਨਹੀਂ, ਜਿਹੜਾ ਦੇਖੋ ਅੱਜ ਉਹ ਹਾਲਤ ਨਹੀਂ ਜਿੱਦਾਂ ਪਹਿਲੇ ਸਮੇਂ 'ਚ ਅਸੀਂ ਗਏ ਨਾ, ਉਦੋਂ ਤਾਂ ਸ਼ਰੇਆਮ ਸੀ ਨਾ। ਤੁਸੀਂ ਮਤਲਬ ਆ ਬਾਹਰ ਤੁਰ ਫਿਰ ਵੀ ਨਹੀਂ ਸਕਦੇ ਜਦੋਂ ਰੌਲਾ ਪੈਂਦਾ ਸੀ, ਜਾਂ ਉਹਦੀ ਗੌਰਮੈਂਟ ਨੇ ਰੌਲਾ ਪਾਤਾ ਜੀ ਅਸੀਂ ਖਾਲਿਆਂ ਨੂੰ ਕੱਢ ਦੇਣਾ। ਤੇ ਹੁਣ ਉਹ ਚੀਜ਼ ਨਹੀਂ ਰਹੀ। ਹੁਣ ਸਾਡੇ ਲੋਕ ਕਿਸ ਕਿਸਮ ਦੇ ਉਹਨਾਂ ਨੌਕਰੀਆਂ 'ਤੇ ਚਲੇ ਗਏ ਜਿੱਥੇ ਉਹ ਗੋਰੇ ਵੀ ਨਹੀਂ ਜਾ ਸਕੇ। ਅਤੇ ਦੂਸਰਾ ਆ ਹੁਣ ਆਪਣੇ ਲੋਕਾਂ ਦੇ ਕੋਲ ਉੱਥੇ ਆਪਣੇ ਨੌਕਰੀਆਂ ਵਧੀਆ ਆ, ਪੈਸੇ ਆ, ਕਾਰੋਬਾਰ ਵਧੀਆ ਬਣੇ ਆ। ਉਸ ਵੇਲੇ ਅਸੀਂ ਗਰੀਬੀ ਦੀ ਹਾਲਤ 'ਚ ਰਹਿੰਦੇ। ਸਾਡਾ ਉਹ ਹਾਲ ਸੀ ਇਸ ਤਰ੍ਹਾਂ ਇੱਥੇ ਹੁਣ ਆਪਣੇ ਬਿਹਾਰ ਦੇ ਭਈਆਂ ਦਾ ਪੰਜਾਬ ਦੇ ਵਿੱਚ ਹਾਲ ਆ। ਅਤੇ ਹੁਣ ਉਹ ਹੈਗਾ ਲੁਕਮਾ, ਪਰ ਉਹ ਚੀਜ਼ ਬਿਲਕੁਲ ਨਹੀਂ ਹੈਗੀ ਜਿੱਦਾਂ ਪਹਿਲਾਂ ਹੁੰਦਾ ਸੀ। ਹੁਣ ਤਾਂ ਉਹ ਬੱਚੇ ਸਾਡੇ ਬਹੁਤ ਉੱਥੇ ਖੁਸ਼ ਆ, ਲੋਕਾਂ ਦੇ ਕਾਰੋਬਾਰ ਬਹੁਤ ਵਧੀਆ ਬਣਾਏ ਆ। ਉਹ ਆ ਕੇ ਜਦੋਂ ਇਸ ਦੇਸ਼ ਨੂੰ ਦੇਖਦੇ ਉਹ ਇੱਥੇ ਆ ਕੇ ਕਦੇ ਬਸੇ ਨਹੀਂ ਸਕਦੇ। ਅਤੇ ਉਹਨਾਂ ਨੂੰ ਉਹ ਜ਼ਿੰਦਗੀ ਜਿਹੜੀ ਆ ਹੁਣ ਖੁਸ਼ਹਾਲ ਲੱਗਦੀ ਆ, ਹਰ ਗੱਲ ਦੀ ਫੈਸਿਲਿਟੀ ਆ ਉਹਨਾਂ ਨੂੰ। ਅਤੇ ਉਹ ਜੇ ਉਹ ਹੁਣ ਅਗਲੀਆਂ ਪੀੜ੍ਹੀਆਂ ਸਾਡੀਆਂ ਇੱਥੇ ਨਾ ਖਤਮ ਹੋ ਰਹੀਆਂ, ਉਹਨਾਂ ਨੇ ਹੌਲੀ ਹੌਲੀ ਕਰਕੇ ਇੱਥੇ ਆਉਣਾ ਵੀ ਬੰਦ ਕਰ ਦੇਣਾ। ਕੋਈ ਟਾਈਮ ਆਊਗਾ ਨਾ। ਤੁਹਾਡੇ ਲਈ ਪ੍ਰਵਾਸ ਕਿੰਨਾ ਕੁ ਔਖਾ ਆ? ਤੁਸੀਂ ਇਸ ਦਾ ਦੁੱਖ ਹਮੇਸ਼ਾ ਆਪਣੇ ਨਾਵਲਾਂ ਦੇ ਵਿੱਚ ਲਿਖਿਆ ਆ। ਮੈਨੂੰ ਤਾਂ ਅੱਜ ਵੀ ਸੱਚ ਪੁੱਛੋ ਨਾ ਤਾਂ ਉੱਥੇ ਬੈਠਿਆਂ ਵੀ ਮੈਂ 60 ਸਾਲ ਰਿਹਾ, ਅਤੇ ਮੈਨੂੰ ਕਦੇ ਲੱਗਾ ਨਹੀਂ ਵੀ ਉਹ ਮੇਰਾ ਦੇਸ਼ ਆ। ਅਤੇ ਉਹ ਮੇਰੇ ਬਾਹਰ ਘਰ ਦੇ ਲਿਖਿਆ, ਮੈਂ ਉੱਥੇ ਬੱਸ ਚਲਾਉਂਦੇ ਇੱਕ ਪੋਇਟਰੀ ਲਿਖੀ ਸੀ ਵੀ ਇਹ ਹਵਾ ਮੇਰੇ ਪਿੰਡ ਦੀ ਮਿੱਟੀ ਨੂੰ ਜਾ ਕੇ ਕਹਿਣਾ, ਜੀਂਦਾ ਜੇ ਮੈਂ ਨਾ ਮੁੜਿਆ ਪ੍ਰਦੇਸ਼ ਦੇ ਵਿੱਚੋਂ, ਮਾਏ ਆਊਂਗਾ ਮੈਂ ਕੁੱਜੇ 'ਚ ਸੁਆਹ ਬਣ ਕੇ। ਅਤੇ ਮੈਨੂੰ ਇਸ ਮਿੱਟੀ ਨਾਲ, ਆਪਣੇ ਪਿੰਡ ਨਾਲ, ਆਪਣੀ ਧਰਤੀ ਨਾਲ ਬਹੁਤ ਪਿਆਰ ਆ। ਇੱਕੋ ਹੀ ਮੇਰੀ ਤਮੰਨਾ ਆ ਜਦੋਂ ਮੌਤ ਆਵੇ ਤਾਂ ਆਪਣੇ ਪਿੰਡ ਇੱਥੇ ਆਵੇ, ਪ੍ਰਦੇਸ਼ ਵਿੱਚ ਨਹੀਂ। ਅਤੇ ਜਦੋਂ ਅਸੀਂ ਉੱਥੇ ਦੀ ਲਾਈਫ ਪੜ੍ਹਦੇ ਨਾ, ਹੁਣ ਸਰਾਭੇ ਹੁਣਾਂ ਦੀ, ਕਰਤਾਰ ਸਿੰਘ ਸਰਾਭੇ ਦੀ, ਕਿ ਉਹਨਾਂ ਨੇ 19 ਸਾਲ ਦੀ ਉਮਰ ਵਿੱਚ ਫਾਂਸੀਆਂ 'ਤੇ ਜਾ ਲਟ ਗਿਆ ਸਿਰਫ ਇਸ ਕਰਕੇ ਕਿ ਉਹਨੂੰ ਇੱਕ ਗੋਰੀ ਕੁੜੀ ਨੇ ਅਮਰੀਕਾ 'ਚ ਸੰਸਪੈਂਸ ਕੋ ਪੁੱਛਿਆ ਵੀ ਤੇਰੇ ਦੇਸ਼ ਦਾ ਝੰਡਾ ਕਿਹੜਾ। ਉਹ ਕਹਿੰਦਾ ਉਹਨੇ ਯੂਨੀਅਨ ਜਾਕ ਜਿਹੜਾ ਇੰਗਲੈਂਡ ਦਾ ਸੀ ਉਹ ਝੰਡਾ, ਕਹਿੰਦਾ ਉਹ ਮੇਰੇ ਦੇਸ਼ ਦਾ। ਅਤੇ ਉਹ ਹਾਲਾਂਕਿ ਉਹ ਪੜ੍ਹਨ ਗਿਆ ਸੀ ਅਜੇ 18 ਸਾਲ 17 ਸਾਲਾਂ ਦੀ ਉਮਰ ਸੀ। ਉਹ ਕਹਿੰਦੀ ਇਹ ਤਾਂ ਤੇਰੇ ਦੇਸ਼ ਦਾ ਝੰਡਾ ਹੀ ਨਹੀਂ, ਇਹ ਤਾਂ ਅੰਗਰੇਜ਼ਾਂ ਦਾ, ਗੋਰਿਆਂ ਦਾ, ਬ੍ਰਿਟਿਸ਼ ਦਾ ਆ। ਅਤੇ ਉਹਦੇ ਦਿਲ 'ਤੇ ਇੰਨੀ ਸੱਟ ਲੱਗੀ ਵੀ ਸਾਡੇ ਦੇਸ਼ ਦਾ ਝੰਡਾ ਹੈ ਹੀ ਨਹੀਂ। ਇਹੀ ਚੀਜ਼ ਉਹਨੂੰ ਮਾਰ ਗਈ ਵੀ ਹੁਣ ਆਪਾਂ ਆਪਣੇ ਦੇਸ਼ ਦਾ ਪਹਿਲਾਂ ਝੰਡਾ ਬਣਾਵਾਂਗੇ। ਉੱਥੋਂ ਉਹ ਜਿਹੜੀ ਗਦਰ ਪਾਰਟੀ ਸੀ ਉਹਦੇ ਵਿੱਚ ਰਲ ਗਿਆ। ਜਿਹੜੀ ਇੰਨੇ ਸੂਰਮੇ ਪੈਦਾ ਹੋਏ ਸਾਡੇ ਪੰਜਾਬ ਦੇ, ਹਿੰਦੁਸਤਾਨ ਦੇ, ਕਿ ਜਿਨ੍ਹਾਂ ਦੀ ਜੇ ਅਸੀਂ ਜ਼ਿੰਦਗੀ ਪੜ੍ਹੀਏ ਨਾ, ਉਹਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਫੜ ਕੇ। ਅਤੇ ਅੱਜ ਵੀ ਮੇਰਾ ਰੂਹ ਇੱਥੇ ਹੀ ਆ, ਮੈਂ ਜੇ ਉੱਥੇ ਵੀ ਰਹਾਂ ਜਦੋਂ, ਅਤੇ ਅੱਜ ਵੀ ਮੈਂ ਚਾਹੁੰਦਾ ਵੀ ਮੈਂ ਕਾਸ਼ ਇਸੇ ਮਿੱਟੀ 'ਚ ਮਿਲਾਂ। ਮੈਨੂੰ ਲੱਗਦਾ ਕਿ ਜਿੱਦਾਂ ਇਕੱਲੇ ਤੁਹਾਡੀ ਨਹੀਂ, ਪਤਾ ਨਹੀਂ ਕਿੰਨੇ ਜਿੰਨੇ ਵੀ ਲੋਕ ਉੱਥੇ ਗਏ ਨੇ ਉਹਨਾਂ ਦਾ ਸਾਰਿਆਂ ਦਾ ਦਿਲ ਤਾਂ ਇੱਥੇ ਹੀ ਵੱਸਦਾ। ਜਿਹੜੇ ਪੁਰਾਣੇ ਗਏ ਆ ਨਾ ਉਹਨਾਂ ਦਾ ਦਿਲ ਇੱਥੇ ਹੀ ਵੱਸਦਾ। ਪਰ ਹੁਣ ਸਾਡੀ ਤੀਜੀ ਚੌਥੀ ਪੀੜ੍ਹੀ ਆ ਗਈ ਆ, ਉਹ ਵਿਚਾਰੇ ਪਿਛਲੀ ਤਾਂ ਖਤਮ ਹੋ ਗਈ। ਹੁਣ ਸਾਡੇ ਵਰਗੀ ਆ ਜਿਹੜੇ ਉਹ ਹੁਣ ਉਹ ਵੀ ਤੁਰੇ ਜਾ ਰਹੇ ਆ। ਅਤੇ ਅਗਲੀਆਂ ਪੀੜ੍ਹੀਆਂ ਨੇ ਨਹੀਂ ਇੱਥੇ ਆ ਕੇ ਰਹਿਣਾ, ਉਹਨਾਂ ਦਾ ਉਹ ਦੇਸ਼ ਬਣ ਗਿਆ ਹੁਣ। ਅਤੇ ਉਸ ਤੋਂ ਵੀ ਇੱਕ ਜਿਹੜਾ ਅਗਲਾ ਦਿਖਾਂਤ ਸਾਡਾ ਆ ਰਿਹਾ, ਇਹ ਸਾਡੇ ਉਮਰਦਿਆਂ ਨੂੰ ਹੁੰਦਾ ਸੀ ਮਾਂ ਬਾਪ ਨੂੰ, ਚਲੋ ਸਾਡੇ ਬੱਚੇ ਕਮ ਸੇ ਕਮ ਪੰਜਾਬੀ ਬੱਚਿਆਂ ਨਾਲ ਵਿਆਹ ਕਰਾਉਣ। ਅਤੇ ਉੱਥੇ ਹੁਣ ਇੱਕ ਹੋਰ ਹੀ ਨਸਲ ਅੱਗੇ ਤੋਂ ਬਣ ਜਾਣੀ ਆ ਕਿ ਸਾਡੇ ਪੰਜਾਬੀ ਹੋਏ, ਮੁਸਲਮਾਨ ਹੋਏ, ਸਾਰੇ ਦੇਸ਼ਾਂ ਦਾ ਕੋਈ ਬੇਰੜਾ ਜਿਹਾ ਬਣ ਜਾਣਾ। ਕੋਈ ਕਿਸੇ ਨਾਲ ਵਿਆਹ ਕਰਾਊ, ਕੋਈ ਕਿਸੇ ਧਰਮ ਚੱਲ ਜੂ, ਉੱਥੇ ਹੈ ਹੀ ਨਹੀਂ ਕੋਈ, ਉਹਨਾਂ ਦਾ ਕਲਚਰ ਹੋਰ ਰਹਿਣਾ ਨਹੀਂ ਕੋਈ ਵੀ। ਸਾਡੇ ਮੁੰਡੇ ਕੁੜੀਆਂ ਜਿਹੜੇ ਵਧੀਆ ਨੌਕਰੀਆਂ 'ਤੇ ਵਧੀਆ ਰਹਿੰਦੇ ਆ, ਕੰਮ ਬੜੇ ਵਧੀਆ ਉਹਨਾਂ ਦੇ, ਉਹ ਬਸ ਉਹ ਨਹੀਂ ਮਿਕਸ ਹੋਈ ਜਾਣਾ ਉਹਨਾਂ ਦੇ ਵਿੱਚ। ਇਹ ਸਾਡਾ ਇੱਕ ਬਹੁਤ ਵੱਡਾ ਦਿਖਾਂਤ ਆ ਰਿਹਾ ਉੱਥੇ। ਅਤੇ ਭਾਬੀ ਨਾਵਲ ਬਾਰੇ ਦੱਸੋ, ਕਿ ਤੁਸੀਂ ਉਹਦੇ ਵਿੱਚ ਵੇਸਵਾਵਾਂ ਦਾ ਵੀ ਜ਼ਿਕਰ ਕੀਤਾ ਕਿ ਜੋ ਉੱਥੇ ਬਿਜ਼ਨਸ ਚੱਲਦਾ ਆ, ਇਹਦੇ ਬਾਰੇ ਥੋੜ੍ਹਾ ਦੱਸੋ ਸਾਨੂੰ। ਇਹ ਸਾਡਾ ਬਹੁਤ ਵੱਡਾ ਦਿਖਾਂਤ ਆ ਕਿ ਇੱਕ ਆਪਣੀ ਕਹਾਵਤ ਨਾ, ਸਿਕੰਦਰ ਵੀ ਆਏ ਕਲੰਦਰ ਵੀ ਆਏ, ਨਾ ਕੋਈ ਰਿਹਾ ਨਾ ਕਿਸੇ ਨੇ ਰਹਿਣਾ। ਜਿੱਥੇ ਇੰਗਲੈਂਡ, ਕੈਨੇਡਾ, ਅਮਰੀਕਾ ਵਿੱਚ ਮਜ਼ਦੂਰੀ ਕਰਨ ਗਏ ਲੋਕ, ਉੱਥੇ ਜਿਹੜੇ ਚੋਰ, ਬੇਈਮਾਨ, ਲੁਟੇਰੇ ਅਤੇ ਇੱਦਾਂ ਦਾ ਜਿਹੜਾ ਸੀਗਾ ਰੁਝਾਨ ਉਹ ਚਲਾ ਗਿਆ। ਅਤੇ ਹੁਣ ਇੱਥੋਂ ਪੰਜਾਬ ਵਿੱਚੋਂ ਤਾਂ ਸਾਡੇ ਉਹ ਹਾਲਤ ਹੋ ਗਿਆ ਵੀ ਜਿਸ ਤਰ੍ਹਾਂ ਹੁਣ ਸਾਡੀਆਂ ਜਿਹੜੀਆਂ ਲੜਕੀਆਂ ਆ ਉਹਨਾਂ ਦਾ ਵੀ ਬਹੁਤ ਇੱਥੋਂ ਸਿੱਖਿਆ ਸਿਖਾਲ ਕੇ ਹੀ ਭੇਜਿਆ ਜਾਂਦਾ। ਬਸ ਜਾਂਦੀ ਹੁਣ ਤੂੰ ਭਾਵੇਂ ਡਿਵੋਰਸ ਕਰਦੀ, ਸਾਨੂੰ ਪਿਛਲੇ ਨੂੰ ਖਿੱਚ ਲਈ ਉੱਥੇ ਜਾ ਕੇ। ਅਤੇ ਉਹ ਜਿਹੜਾ ਨਾਵਲ ਮੈਂ ਲਿਖਿਆ ਸੀ ਉਹ ਇੱਕ ਸਾਡੀ ਲੜਕੀ ਦੀ ਸਹੀ ਕਹਾਣੀ ਸੀ, ਭਾਬੀ। ਅਤੇ ਉਹਨੇ ਟੈਲੀਵਿਜ਼ਨ 'ਤੇ ਉਹਦਾ ਚੈਨਲ 4 'ਤੇ ਨਿਊਜ਼ ਆਇਆ ਸੀਗਾ ਵੀ ਉਹਨੇ ਲੜਕੀਆਂ ਇੱਥੋਂ ਲਿਜਾਂਦੀ ਸੀ 15-15 ਲੱਖ ਦੀਆਂ ਲੈ ਕੇ ਉਹਨੇ ਉੱਥੇ ਖੋਲ੍ਹਿਆ ਸੀ ਆਪਣੇ ਜਨਾਨੀਆਂ ਦਾ ਜਿਹੜਾ
ਹੈਗਾ ਮੇਕਅਪ ਵਗੈਰਾ ਦਾ, ਅਤੇ ਉੱਪਰ ਉਹਦੇ 'ਤੇ ਉਹ ਗੰਧ ਖੁੰਦਾ ਸੀ। ਅਤੇ ਉਹ ਮੇਰੇ ਲਈ ਸਾਡੇ ਪੰਜਾਬੀਆਂ ਲਈ ਬੜੀ ਸ਼ਰਮ ਦੀ ਗੱਲ ਉਹ ਅਸੀਂ ਦੇਖੀ ਆ। ਫਿਰ ਮੈਂ ਕਿਹਾ ਇਹ ਸੁਨੇਹਾ ਸਾਡੇ ਪੰਜਾਬ ਜ਼ਰੂਰ ਜਾਣਾ ਚਾਹੀਦਾ, ਅਤੇ ਵੀ ਉੱਥੇ ਕੀ ਕੁਛ ਹੋ ਰਿਹਾ, ਤੁਸੀਂ ਸਾਡੀ ਮਿੱਟੀ ਕਿਉਂ ਉੱਥੇ ਰੋਣ ਲੱਗ ਗਈ ਇਸ ਤਰ੍ਹਾਂ ਜਾ ਕੇ ਨਾ, ਕਿ ਜਿਹਦੀ ਜ਼ਰੂਰਤ ਨਹੀਂ ਸੀ ਕੋਈ ਵੀ। ਉਹ ਇੱਕ ਦਿਖਾਂਤ ਆ ਉਹ ਨਾਵਲ ਵੀ ਮੇਰਾ। ਤੁਹਾਡੀ ਲਿਖਤ ਹਮੇਸ਼ਾ ਹੀ ਕਿਸੇ ਨਾ ਕਿਸੇ ਮੁੱਦੇ ਨੂੰ ਉਜਾਗਰ ਕਰਦੀ ਰਹੀ ਆ, ਸਿੱਧੀ ਲਿਖਤ ਲਿਖੀ ਆ ਤੁਸੀਂ। ਜੇ ਸਰਕਾਰਾਂ ਨੂੰ ਕਿਹਾ, ਸਿੱਧਾ ਕਿਹਾ ਆ, ਜੇ ਤੁਸੀਂ ਕੋਈ ਵੀ ਟੌਪਿਕ ਉਹਦੇ ਬਾਰੇ ਬਹੁਤ ਖੁੱਲ੍ਹ ਕੇ ਗੱਲ ਕੀਤੀ, ਇਹ ਮਤਲਬ ਜਜ਼ਬਾ ਕਿੱਥੋਂ ਆਉਂਦਾ ਆ? ਇਹ ਜਜ਼ਬਾ ਮੈਂ ਜਦੋਂ ਪਹਿਲਾਂ ਲਿਖਣਾ ਸ਼ੁਰੂ ਕੀਤਾ ਸੀ ਨਾ, ਮੈਂ ਅੱਜ ਵੀ ਬੈਠਾ ਦੇਖਦਾ ਸੀ ਖੂਨ ਗਰੀਬਾਂ ਦੇ ਨਾਵਲ ਦੇ ਮੂਹਰੇ ਮੈਂ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਉਹ ਲਫ਼ਜ਼ ਲਿਖੇ ਆ ਸਭ ਤੋਂ ਪਹਿਲਾਂ, ਦੇ ਸੇਵਾ ਵਾਰ ਮੋਹੇ ਹੈ ਸ਼ੁਭ ਕਰਮਨ ਸੇ ਕਬੂ ਨਾ ਡਰੂ, ਨਾ ਡਰੂ ਅਰਸੋਂ ਜਬ ਚਾਹੇ ਲੜੂੰ, ਨਿਸ਼ਚੇ ਕਰ ਆਪਣੀ ਜੀਤ ਕਰੂੰ। ਦੇਖੋ ਜਿਹੜਾ ਹਿਊਮਨ ਸਰੀਰ ਆ, ਇਹਦਾ ਪਤਾ ਨਹੀਂ ਕਿਹੜੇ ਵੇਲੇ ਕਦੋਂ ਚਲੇ ਜਾਣਾ, ਕਿਸੇ ਉਮਰ ਦੇ ਵਿੱਚ ਦੀ ਕੋਈ ਉਮਰ ਨਹੀਂ ਹੈਗੀ। ਅਤੇ ਕਮ ਸੇ ਕਮ ਤੁਸੀਂ ਜਿਹੜਾ ਲਿਖਾਰੀ ਆ ਉਹ ਦਲੇਰੀ ਨਾਲ ਲਿਖੇ, ਉਹ ਲੋਕਾਂ ਦਾ ਸੱਚ ਲਿਖੇ, ਅਤੇ ਉਹਨੂੰ ਲੋਕਾਂ ਨੂੰ ਹਲੂਣੇ ਹਾਂ ਬਈ ਆਹ ਜਿਹੜਾ ਸਾਡਾ ਗਲਤ ਹੋ ਰਿਹਾ, ਇਹਨੂੰ ਲਿਖਾਰੀ ਇੱਕ ਕਿਸਮ ਦਾ ਆਪਣੇ ਲੋਕਾਂ ਦਾ ਝੰਡੇ ਵਰਦਾਰ ਹੁੰਦਾ, ਝੰਡਾ ਚੁੱਕ ਕੇ ਅੱਗੇ ਤੁਰਦਾ, ਆਓ ਵੀ ਤੁਸੀਂ ਆਹ ਰਾਹ ਆ ਸਾਡਾ। ਅਤੇ ਉਹਦੇ ਵਿੱਚ ਲਿਖਣ ਵਾਲਿਆਂ ਨੂੰ ਡਰਨਾ ਨਹੀਂ ਚਾਹੀਦਾ। ਅਤੇ ਜੇ ਲਿਖਣ ਵਾਲੇ ਵੀ ਡਰ ਗਏ, ਕਲਮਾਂ ਡਰ ਗਈਆਂ, ਫਿਰ ਤਾਂ ਕੋਈ ਬੋਲੂਗਾ ਹੀ ਨਹੀਂ, ਹੱਕ ਸੱਚ ਦੀ ਆਵਾਜ਼ ਹੀ ਨਹੀਂ ਉਠਾਊਗਾ, ਫਿਰ ਤਾਂ ਦੁਨੀਆ 'ਤੇ ਰਾਜ ਹੀ ਜ਼ੁਲਮ ਕਰਨ ਵਾਲਿਆਂ ਦਾ ਆ ਜਾਊਗਾ। ਪਰ ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਮੈਂ ਦੇਖਦੀ ਹਾਂ ਕਿ ਤੁਸੀਂ ਭਾਵੇਂ ਮੀਡੀਆ ਦੀ ਗੱਲ ਕਰ ਲਓ ਜਾਂ ਲਿਖਾਰੀਆਂ ਦੀ ਗੱਲ ਕਰ ਲਓ, ਇੰਨੀ ਬੇਬਾਕੀ ਨਾਲ ਬਹੁਤ ਘੱਟ ਰਾਈਟਰ ਲਿਖਣ ਵਾਲੇ ਰਹਿ ਗਏ ਆ। ਤੇ ਇਹਦਾ ਕੀ ਕਾਰਨ? ਇਹਦਾ ਕਾਰਨ ਇਹ ਆ ਕਿ ਜਿਹੜੀ ਜਦੋਂ ਨਾ ਬੰਦੇ ਵਿੱਚੋਂ ਅਣਖ ਮਰ ਜਾਏ, ਹੁਣ ਸਾਡੇ ਲਿਖਾਰੀਆਂ ਦਾ ਮੈਨੂੰ ਬਹੁਤ ਦਿਖਾਂਤ ਆ, ਇਹ ਬਹੁਤ ਥੋੜ੍ਹੇ ਆ ਜਿਹੜੇ ਕਿ ਇੰਨੇ ਦਲੇਰ ਆ ਜਿਹੜੇ ਹੱਕ ਸੱਚ ਦਾ ਲਿਖਣਗੇ, ਨਹੀਂ ਤਾਂ ਉਹਨਾਂ ਦਾ ਬਿਲਕੁਲ ਵਿਕ ਚੁੱਕੇ ਆ। ਉਹ ਜਿੱਦਾਂ ਹੁਣ ਜਸਵੰਤ ਸਿੰਘ ਕਮਲ ਹੋਣੀ ਸੀਗੇ, ਉਹਨਾਂ ਨੇ ਲਹੂ ਦੀ ਲੋ ਵਰਗਾ ਨਾਵਲ, ਮੈਂ ਕਹਿੰਦਾ ਵੀ ਰਸ਼ੀਆ ਦੇ ਲਿਟਰੇਚਰ ਦਾ ਮੁਕਾਬਲਾ ਕਰਦਾ, ਉੱਦਾਂ ਦੀ ਰਚਨਾ ਕਿਸੇ ਲਿਖਾਰੀ ਨੇ ਨਾ ਕੀਤੀ ਆ, ਤਾਂ ਪਤਾ ਨਹੀਂ ਕਿਹੜੀਆਂ ਸਦੀਆਂ ਜਾ ਕੇ ਕੋਈ ਕਰੂਗਾ। ਉਹ ਇੱਕ ਬਹੁਤ ਮਹਾਨ ਉਹ ਲਿਖਤ ਆ, ਅਤੇ ਮੇਰੀ ਖੁਸ਼ਕਿਸਮਤੀ ਆ ਕਿ ਮੈਂ ਉਹਨਾਂ ਨੂੰ ਉਹਦੀ ਉਂਗਲੀ ਫੜ ਕੇ ਤੁਰਿਆ, ਅਤੇ ਲਿਖਣ ਵਿੱਚ ਵੀ ਉਹਨਾਂ ਦੇ ਟੀਚਰ ਪੜ੍ਹਦਾ ਰਿਹਾ। ਫਿਰ ਉਹਨਾਂ ਨੂੰ ਮੇਰਾ ਪਿਆਰ ਬੜਾ ਰਿਹਾ ਵੀ ਬਾਅਦ ਵਿੱਚ ਮਿਲੇ ਵੀ। ਉਹ ਜਿਹੜੀ ਕਿਤਾਬ ਸੀ ਉਹ ਜਦੋਂ ਛਪੀ ਆ, ਅਤੇ ਉੱਥੇ ਸਿੰਗਾਪੁਰ ਜਾ ਕੇ ਉਹਨੇ ਛਪਾਈ ਸੀ, ਉਹ 'ਚ ਮੇਰੀ ਵੀ ਮਾੜੀ ਮੋਟੀ ਦੇਣ ਹੈਗੀ ਆ ਵੀ ਮੈਂ ਖਰਚਾ ਦੇ ਸਕਿਆ। ਜਾਂ ਉਹਨੂੰ ਇੰਗਲੈਂਡ ਗਈ ਜਦੋਂ ਇੱਥੇ ਐਮਰਜੈਂਸੀ ਲੱਗੀ ਸੀ 1975 'ਚ, ਅਤੇ ਉੱਥੇ ਅਸੀਂ ਲੋਕਾਂ ਤੱਕ ਪਹੁੰਚਦੀ ਕੀਤੀ ਆ। ਅਤੇ ਅਸੀਂ ਜਿਹੜੀ ਉਨੀ ਬਹਾਦਰੀ ਕਿਸੇ ਨੇ ਨਹੀਂ ਕੀਤੀ, ਦਲੇਰੀ ਨਾਲ ਲਿਖਿਆ ਜਿੱਦਾਂ ਜਸਵੰਤ ਸਿੰਘ ਕੌਰ ਹੁਣੀ ਲਿਖ ਕੇ ਗਏ ਆ। ਅਤੇ ਜਿੱਦਾਂ ਮੈਂ ਵੀ ਅੱਜ ਕੱਲ੍ਹ ਆਪਣੇ ਆਲੇ ਦੁਆਲੇ ਦੇਖਦੀ, ਸ਼ਾਇਦ ਤੁਸੀਂ ਵੀ ਗੱਲ ਦੇਖੀ ਹੋਊਗੀ ਕਿ ਜਿਹੜੇ ਅੱਜ ਕੱਲ੍ਹ ਦੇ ਨੌਜਵਾਨ ਆ, ਉਹਨਾਂ ਦੇ ਵਿੱਚ ਨਾ ਜਿਹੜੀ ਦੇਸ਼ ਭਗਤੀ ਦੀ ਭਾਵਨਾ ਉਹ ਘੱਟਦੀ ਜਾ ਰਹੀ ਆ। ਉਹਨਾਂ ਲਿਟਰੇਚਰ ਨਹੀਂ ਪੜ੍ਹ ਰਹੇ, ਇਤਿਹਾਸ ਦਾ ਨਹੀਂ ਪਤਾ। ਇਹਦਾ ਕੀ ਕਾਰਨ ਦੇਖਦੇ ਹੋ? ਇਹਦਾ ਕਾਰਨ ਹੈ ਜਿਹੜੀ ਇਸ ਸਮੇਂ ਦੀਆਂ ਸਰਕਾਰਾਂ ਨਾ, ਜਿਹੜਾ ਰਾਜ ਕਰਦਾ ਹੁੰਦਾ ਜਿਹੜਾ ਹਿੰਦੁਸਤਾਨ 'ਚ, ਉਹ ਚਾਹੁੰਦਾ ਨਹੀਂ ਵੀ ਨੌਜਵਾਨਾਂ ਵਿੱਚ ਇਹ ਜਜ਼ਬਾ ਪੈਦਾ ਹੋਵੇ। ਉਹ ਹਮੇਸ਼ਾ ਨੌਜਵਾਨਾਂ ਵਿੱਚ ਵਾੜ ਕੇ ਡਰੱਗ ਲਾਊਗਾ, ਨਸ਼ੇ ਲਾਊਗਾ, ਨੌਜਵਾਨਾਂ ਨੂੰ ਇਸ ਪਾਸੋਂ ਖਿੱਚੂਗਾ, ਅਨਪਲਾਇਮੈਂਟ ਪੈਦਾ ਕਰੂਗਾ, ਤਾਂ ਕਿ ਜਿਹੜਾ ਜਦੋਂ ਬੰਦੇ 'ਚ ਅਨਪਲਾਇਮੈਂਟ ਹੋਵੇ ਉਹ ਨਸ਼ਿਆਂ ਵੱਲ ਹੀ ਜਾਊਗਾ, ਡਰੱਗ ਵੱਲ ਜਾਊਗਾ। ਉਹ ਜਿਹੜੀ ਤੁਹਾਡੀ ਪੀੜ੍ਹੀ ਖਤਮ ਹੋ ਜਾਊ ਉਹ ਹੌਲੀ ਹੌਲੀ ਕਰਕੇ, ਤਾਂ ਕਿ ਲੋਕ ਉਭਾਰ ਨਾ ਉੱਠੇ। ਹੁਕੂਮਤਾਂ ਦੇ ਜੋ ਮਰਜ਼ੀ ਕਰਨ, ਉਹਨਾਂ ਨੂੰ ਕੋਈ ਬੋਲਣ ਵਾਲਾ ਕੋਈ ਨਾ ਹੋਵੇ, ਸੱਚ ਦੀ ਆਵਾਜ਼ ਨਾ ਕੋਈ ਉਠਾ ਸਕੇ। ਅਤੇ ਇਹ ਦੇਣ ਸਾਰੀ ਸਾਡੀਆਂ ਹੁਕੂਮਤਾਂ ਦੀ ਆ, ਜਿਹੜੀ ਵੀ ਬਣਦੀ ਨਾ, ਉਹਨਾਂ ਨੇ ਬਸ ਇੱਕ ਕਰਨਾ ਵੀ ਇਹਨਾਂ ਲੋਕਾਂ ਨੂੰ ਤੁਸੀਂ ਦਬਾ ਕੇ ਰੱਖੋ ਕਿਸੇ ਵੀ ਤਰੀਕੇ ਦੇ ਨਾਲ। ਇਸ ਕਰਕੇ ਉਹ ਜਿਹੜਾ ਹੁਣ ਮੈਂ ਨਹੀਂ ਸਮਝਦਾ ਵੀ ਕਿਤੇ ਕਿਸੇ ਵੀ ਕੋਰਸ ਵਿੱਚ ਕਰਤਾਰ ਸਿੰਘ ਸਰਾਭੇ ਉਹਨਾਂ ਦੀ ਲਾਈਫ ਲੱਗੀ ਹੋਊਗੀ, ਕਿਤੇ ਨਹੀਂ ਮੈਂ ਦੇਖੀ ਲੱਗੀ ਹੋਈ। ਉੱਦਾਂ ਦੇ ਸੂਰਮੇ ਜਿਹੜੇ 17 ਸਾਲ ਦੀ ਉਮਰ ਜਾ ਕੇ 19 ਸਾਲ ਦੇ ਫਾਂਸੀ ਚੜ੍ਹ ਗਏ, ਉਹਨਾਂ ਦੀ ਜ਼ਿੰਦਗੀ ਤਾਂ ਥਾਂ ਬੱਚੇ ਨੂੰ ਪਤਾ ਹੋਣੀ ਚਾਹੀਦੀ ਆ, ਹੈ ਨਾ। ਅਤੇ ਇਸ ਕਰਕੇ ਹੁਕੂਮਤਾਂ ਦੀ ਵਜ੍ਹਾ ਦੇ ਨਾਲ ਆ, ਅਤੇ ਇਹਨਾਂ ਦੀ ਉਹਨਾਂ ਦੀ ਜਿਹੜਾ ਅਸਲੀ ਹੈਗੀ ਆ ਸੋਚ ਉਹ ਆਉਣ ਨਹੀਂ ਦੇਣੀ, ਇਹਨਾਂ ਦਾ ਜ਼ੋਰ ਲੱਗਾ ਹੁੰਦਾ। ਪੰਜਾਬ ਦੇ ਹਾਲਾਤ ਅੱਗੇ ਨਾਲੋਂ ਵਧੀਆ ਲੱਗਦੇ ਨੇ ਕਿ ਅੱਗੇ ਨਾਲੋਂ ਹੋਰ ਵੀ ਮਾੜਾ ਹਾਲ ਹੋ ਗਿਆ? ਪੰਜਾਬ ਲਈ ਕੀ ਦੇਖਦੇ ਆ? ਪੰਜਾਬ ਦੇ ਹਾਲਤ ਸਭ ਤੋਂ ਤਾਂ ਗੱਲ ਇਹ ਆ ਬਈ, ਸਾਡੀਆਂ ਜਿਹੜੀਆਂ ਵੀ ਇੱਥੇ ਸਰਕਾਰਾਂ ਬਣਦੀਆਂ ਨਾ, ਇਕੱਲੇ ਮੈਂ ਪੰਜਾਬ ਦੀ ਨਹੀਂ, ਸਾਰੇ ਹਿੰਦੁਸਤਾਨ ਦੇ ਇਹੀ ਹਾਲ ਆ। ਪੰਜਾਬ ਦਾ ਤਾਂ ਦਿਖਾਂਤ ਹੀ ਇਹ ਹੋਇਆ ਵੀ ਇਹਦੇ 'ਤੇ ਕਦੇ ਪੱਗਾਂ ਵਾਲਿਆਂ ਨੇ ਤਬਾਹੀ ਮਚਾਤੀ 84 ਤੋਂ ਬਾਅਦ, ਕਦੇ ਇਹਨਾਂ ਨੇ ਦੂਸਰਿਆਂ ਨੇ ਕਾਂਗਰਸੀਆਂ ਨੇ ਕਰਤੀ, ਅਤੇ ਲੁੱਟਣ 'ਤੇ ਹੋਏ ਆ ਵੀ ਅਸੀਂ ਕਿਸੇ ਤਰ੍ਹਾਂ ਇਹਨੂੰ ਜਿੰਨੀ ਅਗਲੀਆਂ 10 ਪੁਸ਼ਤਾਂ ਲਈ ਨਾ ਪੈਸਾ ਬਣਾ ਜਾਈਏ, ਜਾਇਦਾਦਾਂ ਬਣਾ ਜਾਈਏ। ਇਹ ਜਿੰਨੇ ਸਾਡੇ ਲੀਡਰਾਂ ਦੇ ਬਾਹਰਲੇ ਮੁਲਕਾਂ ਵਿੱਚ ਜਾਇਦਾਦਾਂ ਬਣਾਈਆਂ, ਘਰ-ਬਾਰ ਬਣਾਏ ਆ, ਬੱਚੇ ਬਾਹਰ ਪੜ੍ਹਦੇ ਆ, ਇਹਨਾਂ ਤੋਂ ਬਸ ਲੁੱਟਣ ਦਾ ਜਿਹੜਾ ਖਜ਼ਾਨਾ ਬਣਦਾ ਉਹ 'ਚ ਜਿੰਨਾ ਦਾ ਲੱਗਦਾ ਬਸ ਲਾ ਲਈਏ।
ਹੁਣ ਇਸ ਵਾਰ ਪੰਜਾਬ ਦੇ ਇਲੈਕਸ਼ਨ ਹੋਏ ਆ 2022 ਦੇ ਵਿੱਚ, ਲੋਕਾਂ ਨੇ ਚੇਂਜ ਲੈ ਕੇ ਆਂਦਾ। ਆਮ ਆਦਮੀ ਪਾਰਟੀ ਆ, ਉਹ ਇੱਕ ਮਤਲਬ ਕਿ ਦੇਸ਼ ਭਗਤਾਂ ਦੇ ਰਾਹ 'ਤੇ ਚੱਲਣ ਵਾਲੀ ਪਾਰਟੀ ਆ, ਉਹਦੇ ਬਾਰੇ ਕੀ ਦੇਖਦੇ ਕਿ ਹੁਣ ਪੰਜਾਬ 'ਚ ਕੁਝ ਚੇਂਜ ਆਊਗਾ? ਇਹ ਬਹੁਤ ਖੁਸ਼ੀ ਦੀ ਗੱਲ ਆ। ਅਸੀਂ ਬਾਹਰ ਬੈਠਿਆਂ ਨੂੰ ਬਹੁਤ ਖੁਸ਼ੀ ਹੋਈ ਆ ਵੀ ਜਿੱਦਣ ਮੈਂ ਭਗਵੰਤ ਮਾਨ ਨੂੰ ਜਾਣਦਾ ਪਰਸਨਲੀ ਵੀ, ਅਤੇ ਬਈ ਇਹ ਇੱਕ ਬਹੁਤ ਮੈਂ ਕਹਿੰਦਾ ਪੰਜਾਬ ਦੇ ਲੋਕਾਂ ਨੂੰ ਸ਼ਾਬਾਸ਼ੀ ਆ, ਜਿਨ੍ਹਾਂ ਨੇ ਬੜੇ ਬੜੇ ਅਕਾਲੀਆਂ ਦੇ, ਕਾਂਗਰਸੀਆਂ ਦੇ, ਚੋਰਾਂ ਦੇ, ਬੇਈਮਾਨ ਦੇ ਜਿਹੜੇ ਥੰਮ ਸੀ ਉਹ ਲਖੇੜ ਕੇ ਰੱਖ ਦਿੱਤੇ। ਅਤੇ ਹੁਣ ਉਹਦੇ ਵਿੱਚ ਜਿੰਨੇ ਵੀ ਗਏ ਆ ਸਾਡੇ ਯੰਗ ਮੁੰਡੇ ਕੁੜੀਆਂ ਗਰੀਬੀ 'ਚੋਂ ਸਧਾਰਨ ਲਾਈਫ ਵਿੱਚੋਂ ਗਏ ਆ, ਅਤੇ ਉਹਨਾਂ ਦਾ ਇਹ ਫਰਜ਼ ਜ਼ਰੂਰ ਬਣਦਾ ਹੁਣ ਕਿ ਉਹ ਆਪਣੇ ਭੈਣਾਂ ਭਰਾਵਾਂ ਲਈ ਅਤੇ ਆਪਣੇ ਲੋਕਾਂ ਲਈ ਹੱਕ ਦੀ ਆਵਾਜ਼ ਉਠਾਉਣ। ਪਰ ਮੈਂ ਚੇਂਜ ਦੇਖ ਰਿਹਾ ਬਹੁਤ ਇਹਦੇ ਤੋਂ, ਅਤੇ ਭਾਵੇਂ ਜਿਹੜੀਆਂ ਸਿਆਸੀ ਪਾਰਟੀਆਂ ਕਿੰਨਾ ਮਰਜ਼ੀ ਰੌਲਾ ਪਾਉਣ। ਹੁਣ ਮੈਂ ਇੱਕ ਮਿਸਾਲ ਦਿੰਦਾ, ਮੈਂ ਅੱਜ ਤੋਂ ਪਿਛਲੇ ਸਾਲ ਆਇਆ ਅਤੇ ਕੁਝ ਕੰਮ ਕਰਾਉਣਾ ਸੀ ਮੈਂ ਜਲੰਧਰ ਜ਼ਮੀਨ ਦਾ, ਉਹ ਕਹਿੰਦੇ ਜੀ 50,000 ਅੰਦਰੋਂ 50,000 ਰੁਪਈਆ ਦੇ ਦਿਓ, ਅਤੇ ਮੈਂ ਕਿਹਾ ਵੀ ਮੈਂ ਤਾਂ ਨਹੀਂ ਦੇ ਸਕਦਾ, ਮੈਂ ਮੁੜ ਗਿਆ। ਉਹ ਹੁਣ ਕਚਹਿਰੀਆਂ ਦੇ ਵਿੱਚ ਜਦੋਂ ਹੁਣ ਮੈਂ ਉਹੀ ਕੰਮ ਕਰਾਉਣ ਗਿਆ ਅਤੇ ਉੱਥੇ ਬਿਲਕੁਲ ਹੀ ਨਹੀਂ, ਆਵਾਜ਼ ਮਾਰ ਕੇ ਆਓ ਜੀ ਬੈਠੋ, ਜਿਹੜਾ ਕੰਮ ਹੈ ਦੱਸੋ ਸਾਨੂੰ, ਕੋਈ ਲਾਈਨਾਂ ਨਹੀਂ ਲੱਗੀਆਂ, ਕੁਝ ਨਹੀਂ। ਤਹਿਸੀਲਦਾਰ ਜਿਹੜਾ ਉਹ ਵੀ ਹੱਸ ਕੇ ਬੋਲਿਆ, ਕਿਸੇ ਨੇ ਪੈਸੇ ਨਹੀਂ ਮੰਗੇ, ਅਤੇ ਉੱਥੇ ਮੈਨੂੰ ਬੜੀ ਖੁਸ਼ੀ ਹੋਈ। ਮੈਂ ਕਿਹਾ ਆਹ ਜਿਹੜਾ ਸਿਸਟਮ ਹੈ ਬਾਹਰ ਆ, ਇੱਥੇ ਤਾਂ ਜੇ ਸਾਡੇ ਇੱਦਾਂ ਦਾ ਹੋ ਜਾਏ ਸਿਸਟਮ। ਔਰ ਇੱਕ ਖੁਸ਼ੀ ਬਹੁਤ ਹੋਈ ਆ ਜਿਹੜੀ ਆ ਹੁਣ ਦੀ ਪੰਜਾਬ ਦੀ ਆਮ ਆਦਮੀ ਪਾਰਟੀ ਆਈ ਆ, ਇਹਨੇ ਇੱਕ ਬਦਲ ਜਿਹਾ ਲਿਆ ਕੇ ਦਿਖਾ ਦਿੱਤਾ ਵੀ ਜਿਹੜਾ ਵੀ ਬੇਈਮਾਨ ਆ, ਭਾਵੇਂ ਸਾਡਾ ਆ ਚਾਹੇ ਕਿਸੇ ਦਾ ਵੀ, ਚੁੱਕ ਕੇ ਕੇਸ ਉਹਦੇ ਉੱਤੇ। ਇਹ ਤੋਂ ਸਬਕ ਸਿੱਖਣਾ ਚਾਹੀਦਾ ਸਾਰਿਆਂ ਨੂੰ। ਅਤੇ ਜਿਹੜੀਆਂ ਸਾਡੀਆਂ ਧੀਆਂ ਭੈਣਾਂ ਵੀ ਹੁਣ ਪੰਜਾਬ ਅਸੈਂਬਲੀ 'ਚ ਗਈਆਂ, ਉਹਨਾਂ ਸਾਰਿਆਂ ਨੂੰ ਮੇਰਾ ਇਹ ਜ਼ਰੂਰੀ ਕਹਿਣਾ ਵੀ ਤੁਸੀਂ ਪੰਜਾਬ ਦੀ ਮਿੱਟੀ 'ਚ ਪੈਦਾ ਹੋਏ ਆ, ਆਪਣੀ ਮਿੱਟੀ ਦਾ ਕਰਜ਼ਾ ਉਤਾਰਨਾ ਤੁਸੀਂ ਆਪਣੇ ਲੋਕਾਂ ਲਈ ਜੀਓ। ਇਹ ਪੈਸਾ ਜਾਇਦਾਦਾਂ ਇੱਥੇ ਰਹਿ ਜਾਣੀਆਂ, ਤੁਹਾਡੀਆਂ ਯਾਦਾਂ ਰਹਿ ਜਾਣ ਕਿ ਤੁਸੀਂ ਸਾਡੇ ਲਈ ਆਪਣੇ ਲੋਕਾਂ ਲਈ ਆਹ ਕੰਮ ਕੀਤਾ ਸੀ। ਇੱਥੇ ਦਾ ਜਿਹੜਾ ਪੁਲਿਸ ਫੋਰਸ ਸਿਸਟਮ ਆ ਉਹਨਾਂ ਨੂੰ ਚੇਂਜ ਕਰੋ, ਉਹਨਾਂ ਨੂੰ ਉਹ ਤੁਹਾਨੂੰ ਧੀਆਂ ਭੈਣਾਂ ਨੂੰ ਲੋਕਾਂ ਨੂੰ ਭਰਾਵਾਂ ਵਾਂਗੂ ਸਮਝਣ। ਜਿੱਦਾਂ ਬਾਹਰਲੇ ਮੁਲਕਾਂ ਵਿੱਚ ਇੰਗਲੈਂਡ 'ਚ ਕੁਝ ਖੁਸ਼ੀ ਹੁੰਦੀ ਬੰਦੇ ਨੂੰ ਪੁਲਿਸਮੈਨ ਦੇਖ ਕੇ, ਅਤੇ ਇੱਥੇ ਵੀ ਜਿਹੜਾ ਵੀ ਕੰਮ ਹੋਵੇ ਉਹ ਇਨਸਾਫ ਦਾ ਹੋਵੇ। ਤੇ ਤੁਸੀਂ ਸ਼ਾਇਦ ਪਿਛਲੇ ਦਿਨੀ ਮਈ ਦੇ ਵਿੱਚ 28 ਮਈ ਨੂੰ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਜਿਹੜੇ ਕਤਲ ਹੋਇਆ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਕਿਸੇ ਦਾ ਵੀ ਪੁੱਤ ਮਰ ਜਾਣਾ ਜਾਂ ਖੂਨ ਕਰ ਦੇਣਾ ਜਾਂ ਕਿਸੇ ਨੂੰ ਵੀ ਦੁੱਖ ਮਿਲਣਾ, ਇਹ ਬਹੁਤ ਦੁੱਖ ਦੀ ਗੱਲ ਆ। ਸਾਰੇ ਸਾਡੇ ਵਰਗੇ ਹੀ ਆ, ਕਿਸੇ ਦਾ ਪੁੱਤ ਹੁੰਦਾ ਉਹਨੂੰ ਪੁੱਛ ਕੇ ਦੇਖੋ ਵੀ ਉਹਦਾ ਕੀ ਹਾਲ ਹੁੰਦਾ। ਅਤੇ ਉਹ ਜਿਹੜਾ ਹੋਇਆ ਬਹੁਤ ਮਾੜਾ ਹੋਇਆ। ਅਤੇ ਇਹ ਜਿਹੜਾ ਗੈਂਗਵਾਰ ਆ ਨਾ ਸਾਡਾ, ਇਹ ਕਿਉਂ ਅਸੀਂ ਬਾਹਰਲੇ ਮੁਲਕਾਂ 'ਚ ਦੇਖਦੇ ਜਿਹੜੇ ਗਾਉਣ ਵਜਾਉਣ ਵਾਲੇ ਆ, ਇਹਨਾਂ ਨੇ ਬਾਹਰ ਨੂੰ ਇੱਕ ਤਾਂ ਇੱਥੇ ਕਬੂਤਰਬਾਜੀ ਬਹੁਤ ਹੁੰਦੀ ਆ, ਜਿਹੜੇ ਲੈ ਕੇ ਜਾਂਦੇ ਆ 20-20 ਲੱਖ 15 ਲੱਖ ਲੈ ਕੇ ਲੈ ਜਾਂਦੇ, 10-15 ਉੱਥੇ ਛੱਡੇ ਆਉਂਦੇ ਆ, ਫਿਰ ਇਹਨਾਂ ਦੀ ਆਪਸ ਵਿੱਚ ਹੀ ਵੀ ਲੱਗਣ ਲੱਗ ਜਾਂਦੀ ਆ ਉੱਥੇ। ਇਹ ਉਹਦਾ ਸਿੱਟਾ ਆਪਸ ਵਿੱਚ ਹੀ ਗੈਂਗਵਾਰ ਲੱਗਣੇ ਦਾ। ਅਤੇ ਇੱਕ ਸਾਡੇ ਬੜਾ ਮਸ਼ਹੂਰ ਇੱਥੇ ਦਾ ਸਿੰਗਰ ਸੀਗਾ, ਗਾਉਂਦੇ ਸੀ, ਅਤੇ ਉਹ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨੂੰ ਮੈਂ ਆਪ ਦੇਖਿਆ ਉੱਥੋਂ ਢੋਲਕੀਆਂ ਭਰ ਕੇ ਅਤੇ ਉਹਦੇ ਵਿੱਚ ਅਫੀਮ ਲਿਜਾਂਦੇ ਨੂੰ ਆਪਣੇ ਸ਼ਹਿਰ ਦੇ ਵਿੱਚ। ਅਤੇ ਇਹ ਜਿਹੜਾ ਹੈ ਨਾ ਸਾਡਾ ਸਿਸਟਮ, ਇਹ ਪੰਜਾਬ ਦਾ ਸਾਨੂੰ ਗਾਲ ਰਿਹਾ। ਅਤੇ ਇਹ ਆਹ ਜਿਹੜਾ ਗੈਂਗਵਾਰ ਆ, ਇਹ ਪੋਲੀਟੀਸ਼ੀਅਨਾਂ ਨੇ ਸ਼ੁਰੂ ਕੀਤਾ ਆ, ਪਿਛਲੀਆਂ ਸਰਕਾਰਾਂ ਨੇ ਕੀਤਾ ਆ। ਮੁੰਡਿਆਂ ਨੂੰ ਜਿਹੜਾ ਵੀ ਇਹ ਨਾ ਯੂਨੀਵਰਸਿਟੀਆਂ 'ਚੋਂ ਕਾਲਜਾਂ 'ਚੋਂ ਜਿਹੜਾ ਵੀ ਉੱਠਦੇ ਵੀ ਸਿਰ ਕੱਢਦਾ ਬੋਲਦਾ, ਉਹਨੂੰ ਇਹ ਖਰੀਦ ਲੈਂਦੇ ਆ, ਨਸ਼ੇ ਦੇ ਕੇ ਪੈਸਾ ਸੁੱਟ ਕੇ ਇਹਨਾਂ ਨੇ ਉਹ ਖਰੀਦੇ ਆ। ਉਹ ਹੁਣ ਉਹਨਾਂ ਦੀ ਜ਼ਿੰਦਗੀ ਰਹੀ ਕੁਛ ਨਹੀਂ, ਉਹ ਆਪਸ ਵਿੱਚ ਹੀ ਲੜ ਕੇ ਮਰਦੇ ਆ। ਅਤੇ ਇਹ ਬੜਾ ਦੁਖਾਂਤ ਆ, ਇਹ ਨਹੀਂ ਹੋਣਾ ਚਾਹੀਦਾ। ਇੱਕ ਤੁਹਾਡੀ ਆਟੋਬਾਇਓਗ੍ਰਾਫੀ ਆਈ ਆ, ਮੇਰੀ ਅਧੂਰੀ ਕਹਾਣੀ, ਉਹਦੇ ਬਾਰੇ ਦੱਸੋ। ਮੇਰੀ ਆਟੋਬਾਇਓਗ੍ਰਾਫੀ ਆ 3 ਮਾਰਚ 1968 ਤੋਂ। ਮੈਂ 18 ਸਾਲ ਦਾ ਜਦ ਮੇਰਾ ਮੈਰਿਜ ਹੋਈ, ਅਤੇ ਮੇਰੀ ਵਾਈਫ ਗਈ ਸੀ ਇੱਥੋਂ ਆਪਣੇ ਇੰਡੀਆ ਤੋਂ, ਬੋਪਾਰਾ ਪਿੰਡ ਸੀ ਉਹਨਾਂ ਦਾ। ਉਹ 3 ਮਾਰਚ ਨੂੰ ਮੇਰਾ ਜਨਮ ਦਿਨ ਸੀ 18ਵਾਂ, ਅਤੇ ਕੁਦਰਤੀ ਉਹ 3 ਮਾਰਚ ਨੂੰ ਉੱਥੇ ਉਤਰੇ ਹੀਥਰੋ ਏਅਰਪੋਰਟ 'ਤੇ। ਮੈਨੂੰ 18ਵੇਂ ਜਨਮ ਦਿਨ 'ਤੇ ਸਭ ਨੂੰ ਗਿਫਟ ਮਿਲਿਆ ਸੀ। ਮੇਰੀ ਵਾਈਫ ਪਹਿਲੀ ਵਾਰੀ ਮੈਂ ਉਹਨਾਂ ਨੂੰ ਦੇਖਿਆ ਸੀ, ਅਤੇ ਉਹਨਾਂ ਨਾਲ ਮੇਰੀ 20 ਸਾਲ ਸਾਡੀ ਜ਼ਿੰਦਗੀ ਰਹੀ, ਅਤੇ ਬਹੁਤ ਵਧੀਆ, ਬਹੁਤ ਖੁਸ਼ੀ ਦੀ ਜ਼ਿੰਦਗੀ ਦੇਖੀ। ਉਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ। ਜਿੱਦਾਂ ਕਹਿ ਲਓ ਵੀ ਜਿੱਥੇ ਮੈਂ ਪੈਰ ਰੱਖਿਆ, ਉਹਨੀ ਆਪਣੇ ਮੇਰੇ ਪੈਰਾਂ ਦੇ ਨਿਸ਼ਾਨਾਂ ਦੇ ਪਿੱਛੇ ਤੁਰਦੇ ਰਿਹਾ 20 ਸਾਲ। ਅਤੇ ਬਦਕਿਸਮਤੀ ਮੇਰੀ ਵੀ ਇੰਨਾ ਚੰਗਾ ਸਾਥੀ ਮੇਰਾ 20 ਸਾਲ ਬਾਅਦ ਚਲਾ ਗਿਆ। ਉਹਦੇ ਵਿੱਚ ਮੈਂ ਕੁਛ ਵੀ ਲੁਕੋਇਆ ਨਹੀਂ, ਆਪਣੀ ਸਾਰੀ ਲਾਈਫ ਉਹਦੇ ਵਿੱਚ ਲਿਖੀ ਆ ਕਿ ਵੀ ਮੈਂ ਕਿਸ ਤਰ੍ਹਾਂ ਲਿਖਣ ਲੱਗਾ, ਕਿਸ ਤਰ੍ਹਾਂ ਮੇਰੀ ਇੱਥੋਂ ਪਿੰਡੋਂ ਤੁਰਿਆ, ਜੋ ਕੁਛ ਵੀ ਹੋਇਆ। ਅਤੇ ਉਹ ਮੈਂ ਸਮਝਦਾ ਵੀ ਜਦੋਂ ਵੀ ਕੋਈ ਪੜ੍ਹਦਾ, ਅਤੇ ਬਹੁਤ ਵਾਰੀ ਕੁੜੀਆਂ ਦੇ ਭੈਣਾਂ ਦੇ ਫੋਨ ਆਉਂਦੇ ਆ, ਉਹ ਕਹਿੰਦੇ ਅੰਕਲ ਅਸੀਂ ਰੋ ਪੈਂਦੇ ਪੜ੍ਹ ਕੇ। ਉਹ ਲਿਖਣ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਕਿਸੇ ਨੇ ਦੁੱਖ ਦੇਖੇ ਆ ਨਾ, ਉਹਨਾਂ 'ਚੋਂ ਅਸੀਂ ਸਬਕ ਸਿੱਖੀਏ। ਜਿਹੜਾ ਪੜ੍ਹਨ ਵਾਲਾ
ਬਈ ਜਿਹੜਾ ਇਹ ਦੁਖਾਂਤ ਆ ਇਹ ਵਾਪਰਦਾ ਤਕੜੇ ਹੋਣਾ ਚਾਹੀਦਾ ਅਤੇ ਫਿਰ ਵੀ ਦਲੇਰੀ ਨਾਲ ਜੀਣਾ ਚਾਹੀਦਾ ਆ। ਅਤੇ ਉਹ ਮੇਰਾ ਮਾਸਟਰਪੀਸ ਮੈਂ ਸਮਝਦਾ ਲਾਈਫ ਦਾ ਲਿਖਿਆ ਜਿਹੜਾ ਮੇਰੀ ਅਧੂਰੀ ਕਹਾਣੀ, ਔਰ ਬਹੁਤ ਛਪ ਚੁੱਕਾ ਪੰਜਾਬੀ ਬੋਲੀ ਦੇ ਵਿੱਚ ਹੁਣ। ਇੱਕ ਜਿੱਦਾਂ ਮਤਲਬ ਕਿ ਤੁਹਾਡੇ ਜਿਹੜੇ ਲਿਖਤ ਆ ਉਹ ਮਤਲਬ ਕਿ ਕਾਫੀ ਸਿੱਧੀ ਹੁੰਦੀ ਆ, ਕਈ ਵਾਰ ਤੁਸੀਂ ਬਹੁਤ ਸਿੱਧੀ ਗੱਲ ਕਹਿ ਜਾਂਦੇ ਆ ਤਾਂ ਉਹ ਕਈ ਲੋਕਾਂ ਨੂੰ ਪਸੰਦ ਨਹੀਂ ਆਉਂਦੀ, ਫਿਰ ਉਹ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਇਦਾਂ ਕਿਉਂ ਲਿਖਿਆ। ਜਿੱਦਾਂ ਕਾਫੀ ਤੁਹਾਡੇ ਨੋਵਲਸ ਤੇ ਕਈ ਵੇਲੇ ਵਿਵਾਦ ਛੱਡ ਜਾਂਦੇ ਆ, ਜਿੱਦਾਂ ਭਾਬੀ ਨੋਵਲ ਦੇ ਸੀਗਾ, ਇੱਕ ਹੋਰ ਸੀਗਾ ਨਾ, ਤਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਰੇ ਇਹ ਆ ਕਿ ਜੇ ਤੁਸੀਂ ਜੋ ਸੱਚ ਲਿਖੋਗੇ ਫਿਰ ਵਿਵਾਦ ਤਾਂ ਛਿੜਨਾ ਹੀ ਆ। ਅਤੇ ਦੂਸਰਾ ਇਹ ਹੈਗਾ ਵੀ ਜੇ ਅਸੀਂ ਹੁਣ ਮੈਂ ਇੱਕ ਮਿਸਾਲ ਦਿੰਦਾ, ਜਦੋਂ ਸਾਡੀਆਂ ਲੜਕੀਆਂ ਇੰਗਲੈਂਡ ਗਏ ਆਈਲੈਟ ਕਰਕੇ ਗਈਆਂ, ਉੱਥੇ ਉਹਨਾਂ ਦਾ ਬਹੁਤ ਬੁਰਾ ਹਾਲ ਹੋਇਆ, ਕੁੜੀਆਂ ਦਾ। ਕਈ ਸ਼ਰਮ ਆਉਂਦੀ ਸੋਚ ਕੇ ਵੀ ਕਈ ਲੜਕੀਆਂ ਸਾਡੀਆਂ ਉੱਥੇ ਲੰਡਨ ਪਿਕਾਡਿਲੀ ਵਿੱਚ ਕਿੱਦਾਂ ਜੀਣੀਆਂ। ਅਤੇ ਉੱਥੇ ਲੰਡਨ ਦੇ ਹੀਥਰੋ ਏਅਰਪੋਰਟ ਕੋਲ ਉਹਨੇ ਇੱਕ ਡਿਟੈਂਸ਼ਨ ਹਾਊਸ ਬਣਾਇਆ, ਜਿਹੜੇ ਇਹ ਏਜੰਟ ਤਾਂ ਚਾੜ ਦਿੰਦੇ ਇੱਥੋਂ ਪੈਸੇ ਲੈ ਕੇ, ਉੱਥੇ ਨਾ ਕੋਈ ਯੂਨੀਵਰਸਿਟੀ ਨਾ ਸਾਂਭਣ ਵਾਲਾ। ਅਤੇ ਉਹ ਫਿਰ ਜੋ ਉਹਨਾਂ ਨੂੰ ਕਹਿੰਦੇ ਪਾਸਪੋਰਟ ਪਾੜ ਕੇ ਸੁੱਟ ਦਿਓ। ਅਤੇ ਉਹ ਲੜਕੀਆਂ ਦਾ ਉੱਥੇ ਮੁੰਡਿਆਂ ਦਾ ਵੀ ਉੱਥੇ ਡਿਟੈਂਸ਼ਨ ਹਾਊਸ ਹੈ, ਜਿੱਦਾਂ ਹੋਸਟਲ ਕਹਿ ਲਓ, ਉਹਨਾਂ ਫਿਰ ਉਹ 'ਚ ਛੱਡ ਦਿੰਦੇ ਆ। ਉਹ ਵੀ ਤੁਹਾਡਾ ਪਾਸਪੋਰਟ ਕਿੱਧਰ ਗਿਆ? ਉਹ ਕਹਿੰਦੇ ਸਾਡੇ ਕੋਲ ਹੈ ਨਹੀਂ, ਅਤੇ ਇੰਡੀਅਨ ਹਾਈਕਮੈਨ ਮੈਨੂੰ ਪਾਸਪੋਰਟ ਨਹੀਂ ਦਿੰਦਾ। ਉਹਨਾਂ ਉੱਥੇ ਬੈਠੇ ਫਿਰ ਉਹ ਕਈ ਵਾਰੀ ਉੱਥੋਂ ਉਹਨਾਂ ਦੇ ਅੰਦਰ ਲਾਇਬ੍ਰੇਰੀ ਹੁੰਦੀਆਂ ਪੰਜਾਬੀ ਦੀਆਂ ਕਿਤਾਬਾਂ ਵੀ, ਉਹ ਪੜ੍ਹ ਕੇ ਮੈਨੂੰ ਬੜੇ ਫੋਨ ਆਉਂਦੇ ਉਹਨਾਂ ਦੀ ਕੁੜੀਆਂ ਦੇ, ਕਈ ਵਾਰੀ ਇੱਦਾਂ ਦੇ ਦਰਦਨਾਕ ਫੋਨ ਆਉਂਦੇ। ਸਾਡੀਆਂ ਧੀਆਂ ਅਤੇ ਸਾਡੀਆਂ ਬੱਚੀਆਂ ਉਹ ਸਾਡੇ ਪੰਜਾਬ ਦੀ ਮਿੱਟੀ ਕਿਸ ਤਰ੍ਹਾਂ ਰੁਲ ਰਹੀ ਬਾਹਰ, ਉਹਨਾਂ ਦਾ ਜੇ ਮੈਂ ਤੁਹਾਨੂੰ ਸੱਚ ਦੱਸਾਂ ਤਾਂ ਉਹ ਦੁੱਖ ਸੁਣ ਕੇ ਨਾ ਮੈਨੂੰ ਅੰਦਰ ਚੀਰਿਆ ਜਾਂਦਾ। ਅਤੇ ਜਿਹੜੇ ਬਾਹਰ ਜਾ ਕੇ ਸਾਡੇ ਬੱਚਿਆਂ ਦਾ ਹਾਲ ਕੀ ਹੋ ਰਿਹਾ। ਜਿੱਦਾਂ ਅੱਜ ਮੈਂ ਪੜ੍ਹ ਰਹੀ ਸੀ ਇੱਕ ਨਿਊਜ਼ ਕਿ ਇਲੀਗਲ ਵੇ ਨਾਲ ਜਿਹੜੇ ਅਮਰੀਕਾ ਦੇ ਵਿੱਚ ਇੱਕ ਟਰੱਕ ਜਾ ਰਿਹਾ ਸੀਗਾ ਅਤੇ 46 ਲੋਕ ਜਿਹੜੇ ਉਹਦੇ ਵਿੱਚ ਉਹ ਹੀਟ ਸਟ੍ਰੋਕ ਨਾਲ ਮਰ ਗਏ। ਇੱਦਾਂ ਦੇ ਗਰਮ ਹਾਲਾਤਾਂ ਦੇ ਵਿੱਚੋਂ ਵੀ ਮਤਲਬ ਕਿ ਜਿਹੜੇ ਨੌਜਵਾਨ ਉਹ ਜਾਣਾ ਪਸੰਦ ਕਰਦੇ ਆ, ਪਰ ਇੱਥੇ ਰਹਿ ਕੇ ਉਹ ਮਤਲਬ ਅੱਜ ਕੱਲ੍ਹ ਅੱਗੇ ਇਹ ਦੇਖਿਆ ਜਾਂਦਾ ਸੀਗਾ ਕਿ ਜਿਹੜੇ ਘਰੋਂ ਗਰੀਬ ਆ ਹੈ ਨਾ, ਜਾਂ ਉਹੀ ਜਾਂਦੇ ਸੀ ਬਾਹਰ, ਪਰ ਅੱਜ ਕੱਲ੍ਹ ਲੋਕ ਆਪਣੀਆਂ ਸਰਕਾਰੀ ਨੌਕਰੀਆਂ ਨੂੰ ਠੋਕਰਾਂ ਮਾਰ ਕੇ ਆਪਣੀਆਂ ਜ਼ਮੀਨ ਜਾਇਦਾਦਾਂ ਨੂੰ ਵੇਚ ਕੇ ਉੱਥੇ ਜਾਂਦੇ ਆ। ਅਤੇ ਇਹਦਾ ਕੀ ਕਾਰਨ ਦੇਖਦੇ ਆ? ਕਿਉਂਕਿ ਕਈ ਲੋਕ ਸਰਕਾਰੀ ਨੌਕਰੀਆਂ ਤੱਕ ਵੀ ਛੱਡ ਕੇ ਜਾਂਦੇ ਆ, ਵੀ ਬਾਹਰ ਜਾਣਾ ਇੰਨਾ ਜ਼ਰੂਰੀ ਹੋ ਗਿਆ ਸਾਡੇ। ਇਹ ਇੱਦਾਂ ਹੋ ਗਿਆ, ਇੱਕ ਤਾਂ ਜਿਹੜੇ ਬਾਹਰੋਂ ਲੋਕ ਆਉਂਦੇ ਰਹੇ ਨਾ, ਉਹਨਾਂ ਦੀ ਵੱਲ ਦੇਖ ਕੇ ਵੀ ਹੁਣ ਦੇਖੋ ਆਪਣੇ ਪੰਜਾਬ 'ਚ ਹੀ ਲੈ ਲਓ, ਜਲੰਧਰ ਜ਼ਿਲ੍ਹਾ ਲੈ ਲਓ, ਵਧੀਆ ਕੋਠੀਆਂ ਬਣਾਈਆਂ ਆ, ਆਉਂਦੇ ਆ ਬੰਦੇ ਖਰਚ ਕਰਦੇ ਆ। ਅਤੇ ਉੱਥੇ ਇਹ ਚੀਜ਼ ਨਹੀਂ ਉਹ ਬੰਦੇ ਸੋਚਦੇ ਕਿ ਵੀ ਉੱਥੇ ਜਦੋਂ ਇਹ ਰਹਿਣਗੇ, ਉੱਥੇ ਇੱਕ ਪਾਉਂਡ ਦਾ 100 ਰੁਪਈਆ ਇੰਡੀਆ ਆ ਕੇ ਬਣਦਾ, ਪਰ ਉਹ ਪਾਉਂਡ ਉੱਥੇ ਉੱਥੇ ਰਹਿਣਗੇ ਤਾਂ ਉਹਨਾਂ ਨੂੰ ਬੜਾ ਔਖਾ, ਉਹ ਗੁਜ਼ਾਰਾ ਕਰਨਾ ਬਹੁਤ ਔਖਾ ਉਹਦੇ ਨਾਲ। ਜੇ 300 ਪਾਉਂਡ ਦੀ ਤਨਖਾਹ ਤੁਹਾਡੀ ਆ, ਅਤੇ ਉੱਥੇ ਤਾਂ ਇੱਥੇ ਵਾਂਗੂ ਸਰਫਾ ਕਰਨਾ ਪੈਂਦਾ। ਉਹ ਜਦੋਂ ਬਾਹਰ ਆਉਂਦੇ ਆ, ਇੱਥੇ ਆਉਂਦੇ ਆ, ਏਅਰਪੋਰਟ 'ਤੇ ਉੱਤੇ ਤਾਂ ਨਹੀਂ 100 ਪਾਉਂਡ ਦਾ 100 ਰੁਪਈਆ ਬਣ ਗਿਆ, 1000 ਪਾਉਂਡ ਦਾ ਲੱਖ ਬਣ ਗਿਆ। ਉਹਨੇ ਵਿਚਾਰਿਆਂ 2-3 ਹਫ਼ਤੇ ਰਹਿਣਾ ਹੁੰਦਾ ਇੱਥੇ, ਖਰਚ ਖੁਰਚ ਕੇ ਜਨਾਨੀਆਂ ਕੱਪੜੇ ਜੋ ਖੁੱਲੀਆਂ, ਉਹ ਵੀ ਇੱਥੇ ਬੈਠੇ ਨੂੰ ਲੱਗਦਾ ਵੀ ਇਹ ਤਾਂ ਵੀ ਕਰੋੜਾਪਤੀ ਆ, ਉੱਥੋਂ ਨੋਟ ਉੱਗਦੇ ਆ। ਉਸ ਦੇਸ਼ ਦੇ ਵਿੱਚ ਤਾਂ ਪਤਾ ਨਹੀਂ ਕੀ ਹੈਗਾ, ਤਾਂ ਹੀ ਚੱਲੀਏ ਛੇਤੀ। ਇੱਕ ਤਾਂ ਇਹਦਾ ਇਹ ਕਾਰਨ ਆ। ਦੂਜਾ ਇਹ ਹੋ ਗਿਆ ਹੁਣ ਜਿਹੜਾ ਇਸ ਦੇਸ਼ ਦਾ ਸਿਸਟਮ ਹੈ ਨਾ, ਜਿਹੜੇ ਪੜ੍ਹੇ ਲਿਖੇ ਵੀ ਭੇਜ ਰਹੇ ਆ ਜਾਂ ਜਿਹੜੇ ਚੰਗੀਆਂ ਨੌਕਰੀਆਂ 'ਤੇ ਵੀ, ਉਹਨਾਂ ਨੂੰ ਦਿਖਦਾ ਕਿ ਇੱਥੇ ਸਾਡੇ ਬੱਚਿਆਂ ਦਾ ਗਾਂ ਫਿਊਚਰ ਹੈ ਨਹੀਂ। ਇਹ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੀ ਜ਼ਿੰਦਗੀ ਆ ਉਹ ਬਹੁਤ ਵਧੀਆ ਆ। ਜਿਹੜਾ ਜਾ ਕੇ ਦੇਖ ਆਉਂਦਾ ਉਹ ਕਹਿੰਦਾ ਵੀ ਮੈਂ ਤਾਂ ਕੱਢਾਂ ਕਿਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਬਾਹਰ ਇੱਥੇ, ਅਤੇ ਅਸੀਂ ਤਾਂ ਉੱਥੇ ਫਸੇ ਬੈਠੇ ਹਾਂ। ਅਤੇ ਇਸ ਕਰਕੇ ਵੀ ਹਰ ਇੱਕ ਦਾ ਰੁਝਾਨ ਬਾਹਰ ਨੂੰ ਹੋ ਗਿਆ ਹੁਣ। ਪਰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਅਸੀਂ ਇੱਥੇ ਦੀਆਂ ਮੁਸੀਬਤਾਂ ਤੋਂ ਪਿੱਛਾ ਛਡਾ ਕੇ ਨੱਠ ਰਹੇ ਹਾਂ? ਇੱਥੇ ਵੀ ਰਹਿ ਕੇ ਅਸੀਂ ਜੇ ਸੁਧਾਰ ਦੀ ਮੰਗ ਕਰੀਏ, ਅਸੀਂ ਆਪਣੇ ਹੱਕਾਂ ਲਈ ਲੜੀਏ, ਇੱਥੇ ਅਸੀਂ ਇਹ ਸੋਚੀਏ ਕਿ ਅਸੀਂ ਇੱਥੇ ਨੂੰ ਹੀ ਵਧੀਆ ਬਣਾਉਣਾ ਆ, ਅਸੀਂ ਸਿਰਫ ਇੱਕ ਮੁਸੀਬਤ ਤੋਂ ਭੱਜ ਰਹੇ ਹਾਂ ਕਿ ਜੇ ਇੱਥੇ ਨਹੀਂ ਵਧੀਆ, ਅਸੀਂ ਆਪਣਾ ਪਰਸਨਲ ਲੈਵਲ 'ਤੇ ਸੋਚ ਰਹੇ ਹਾਂ। ਉਹਦਾ ਕਾਰਨ ਇਹ ਆ ਵੀ ਜੇ ਅਸੀਂ ਇੱਥੇ ਆਵਾਜ਼ ਉਠਾਉਂਦੇ ਹਾਂ, ਤੁਹਾਨੂੰ ਹਕੂਮਤ ਕ੍ਰਸ਼ ਕਰਦੀ ਆ, ਉਹ ਤੁਹਾਨੂੰ ਦਬਾਉਂਦੀ ਆ, ਅਤੇ ਜਿੱਥੋਂ ਜਦੋਂ ਕੋਈ ਆਵਾਜ਼ ਉੱਠਦੀ ਆ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ। ਅਤੇ ਹੁਣ ਮੁਲਕ ਇੰਨਾ ਵੱਡਾ ਆ ਕਿ ਜਾਂ ਤਾਂ ਇੱਕਦਮ ਸਾਰੇ ਤਾਂ ਉੱਠਣੋਂ ਹੀ ਰਹੇ, ਅਤੇ ਉਹ ਫਿਰ ਜਿਹੜੇ ਲੋਕ ਹੈਗੇ ਆ ਉਹ ਕਹਿੰਦੇ ਵੀ ਜਿੱਥੋਂ ਸਰਦਾ ਤਾਂ ਜਾਨ ਬਚਾ ਕੇ ਨਿਕਲੋ ਇੱਥੋਂ, ਵੀ ਇੱਥੇ ਨਹੀਂ ਕੁਛ ਵੀ ਬਦਲ ਆਉਣਾ। ਇਹ ਵਧੀਆ ਇਹੀ ਆ ਵੀ ਆਪਣੇ ਦੇਸ਼ ਨੂੰ ਚੱਲ ਜਾਓ, ਅਸੀਂ ਇੱਥੇ ਤਾਂ ਕੁਛ ਨਹੀਂ ਸਵਾਰਦੇ। ਇਹ ਜਾਣੀ ਹੁਣ ਸਾਡਾ ਮੁਲਕ ਨਾ ਇਸ ਤਰ੍ਹਾਂ ਹੋ ਗਿਆ ਬਈ ਹਰ ਬੰਦੇ ਦੇ ਦਿਲ 'ਚ ਬਣਿਆ ਇਹ ਸੁਧਰਨਾ ਨਹੀਂ ਕਦੇ ਵੀ। ਇੱਥੇ ਦਾ ਜਿਹੜਾ ਹਾਲਤ ਹੈ ਨਾ ਵੀ ਇੰਨੀ ਖਰਾਬ ਹੀ ਹੁੰਦੀ ਜਾਣੀ ਹੋਰ। ਅਤੇ ਇਸ ਕਰਕੇ ਇੱਥੋਂ ਖਹਿੜਾ ਛਡਾਓ ਆਪਣਾ। ਅਤੇ ਜਦੋਂ ਬਾਹਰ 2-4 ਚਲੇ ਜਾਂਦੇ ਆ, ਫਿਰ ਬੱਚੇ ਆ ਕੇ ਦੱਸਦੇ ਵੀ ਅਸੀਂ ਉੱਥੇ ਇੰਨੀ ਵਧੀਆ ਨੌਕਰੀਆਂ ਕਰਦੇ ਹਾਂ, ਅਸੀਂ ਆਹ ਸਾਡੀ ਫੈਸਿਲਿਟੀ ਆ, ਫਿਰ ਮਾਂ ਬਾਪ ਕਹਿੰਦੇ ਵਧੀਆ, ਅਸੀਂ ਵੀ ਚਲੇ ਜਾਂਦੇ ਉੱਥੇ ਨਾਲ ਹੀ। ਅਤੇ ਇਹ ਰੁਝਾਨ ਆ ਜਿਹੜਾ ਇਹ ਰੁਕਣੇ ਵਾਲਾ ਨਹੀਂ। ਇੱਥੇ ਰਹਿਣਾ ਵਧੀਆ ਲੱਗਦਾ ਕਿ ਤੁਹਾਨੂੰ ਇੰਗਲੈਂਡ? ਮੈਨੂੰ ਪੁੱਛੋ ਤਾਂ ਮੈਨੂੰ ਤਾਂ ਇੱਥੇ ਵਧੀਆ ਲੱਗਦਾ। ਮੇਰਾ ਤਾਂ ਇਸ ਮਿੱਟੀ ਦੇ ਨਾਲ ਜਿੱਦਾਂ ਕੋਈ ਹੈਗਾ ਵੀ ਅਗਲੇ ਜਨਮਾਂ ਦਾ ਵੀ ਰਿਸ਼ਤਾ ਹੈ। ਮੈਂ ਕਹਿੰਦਾ ਵੀ ਜੇ ਦੁਨੀਆ 'ਚ ਇਨਸਾਨ ਬਣ ਕੇ ਆਉਣਾ ਹੋਇਆ ਤਾਂ ਐਸੇ ਮਿੱਟੀ 'ਤੇ ਆਈਏ।
ਤੇ ਆਪਣੇ ਲੋਕਾਂ ਲਈ ਕੁਛ ਨਾ ਕੁਛ ਕਰਕੇ ਜੀਏ। ਪਰ ਹੁਣ ਜਿਹੜੇ ਲੋਕਾਂ ਨੂੰ ਉੱਥੇ ਹੁਣ ਇੱਥੇ ਦੇ ਬੱਚੇ ਗਏ ਆ, ਉੱਥੇ ਫੈਸਿਲਿਟੀ ਮਿਲਦੀ, ਉਹਨਾਂ ਨੂੰ ਇੱਦਾਂ ਦੀ ਸੋਚ ਹੀ ਨਹੀਂ, ਉੱਥੇ ਖੁਸ਼ ਆ। ਉਹ ਚਾਹੁੰਦੇ ਵੀ ਅਸੀਂ ਬਾਹਰ ਆ ਕੇ ਦੇਖ ਲਿਆ, ਉੱਥੇ ਇੰਡੀਆ 'ਚ ਤਾਂ ਸਾਨੂੰ ਹੈ ਨਹੀਂ ਕੋਈ, ਪਹਿਲਾਂ ਤਾਂ ਨੌਕਰੀ ਨਹੀਂ ਮਿਲਣੀ, ਫਿਰ ਆਹ ਲਾਈਫ ਹੈ ਨਹੀਂ ਗੀ ਸਾਡੀ, ਅਤੇ ਇੰਡੀਪੈਂਡੈਂਸ ਨਹੀਂ, ਅਤੇ ਕਾਨੂੰਨ ਨਹੀਂ ਕੋਈ ਵੀ ਉੱਥੇ ਸਭ ਤੋਂ ਵੱਡਾ ਜਿਹੜਾ। ਇਸ ਕਰਕੇ ਉਹ ਬਾਹਰ ਨੂੰ ਤਰਜੀਹ ਦੇਣਗੇ। ਔਰ ਉਹ ਇੱਕ ਮੈਂ ਤੁਹਾਨੂੰ ਕਹਿ ਦਿੰਦਾ, ਬਾਹਰਲੇ ਮੁਲਕ ਜਿਹੜਾ ਇੱਕ ਵਾਰੀ ਚਲਾ ਗਿਆ, ਉਹ ਮੁੜ ਕੇ ਇੱਥੇ ਆ ਕੇ ਨਹੀਂ ਰਹੂਗਾ। ਉਹਦਾ ਸਮਝੋ ਪੁੱਟਿਆ ਗਿਆ, ਉਹਨੂੰ ਉੱਥੇ ਉਹਦੀਆਂ ਜੜ੍ਹਾਂ ਬਣਨ ਲੱਗ ਜਾਣੀਆਂ, ਉਦੋਂ ਫਿਰ ਆ ਨਹੀਂ ਹੋਣਾ ਕਦੇ ਵੀ। ਤੇ ਜਦੋਂ ਤੁਸੀਂ ਕੋਈ ਵੀ ਆਪਣੀ ਲਿਖਤ ਲਿਖਦੇ ਆ ਕਿ ਕੀ ਸੋਚ ਕੇ ਲਿਖਦੇ ਆ, ਕਿ ਕੋਈ ਰੀਅਲ ਇਵੈਂਟ ਤੋਂ ਇੰਸਪਾਇਰ ਹੋ ਕੇ ਜਾਂ ਕੁਝ ਆਪਣੇ ਅੰਦਰੋਂ? ਤਕਰੀਬਨ ਹੈ ਨਾ, ਕੋਈ ਵੀ ਨਾਵਲ ਜਾਂ ਕਹਾਣੀ ਲਿਖੀ ਆ, ਉਹ ਰੀਅਲ ਇਵੈਂਟ ਜਿਹੜਾ ਵਾਪਰਦਾ ਉਹ ਉਹਦੇ ਵਿੱਚ ਲਿਆ, ਅਤੇ ਨਾਲ ਫਿਰ ਜਦੋਂ ਉਹਨੂੰ ਤੁਸੀਂ ਲਿਖਣ ਲੱਗਦੇ ਆ, ਹੋਰ ਕਰੈਕਟਰ ਜੁੜ ਜਾਂਦੇ ਆ ਉਹਦੇ ਨਾਲ। ਹੁਣ ਮੈਂ ਇੱਕ ਮਿਸਾਲ ਦਿੰਦਾ, ਮੈਂ ਛੱਲਾ ਨਾਵਲ ਲਿਖਿਆ, ਅਤੇ ਉਹ ਮੇਰੀ ਬਚਪਨ ਦੀ ਇੱਥੇ ਮੇਰੇ ਪਿੰਡ ਦੀ ਇੱਕ ਘਟਨਾ ਸੀਗੀ, ਅਤੇ ਉਹ ਸਾਡੇ ਭਰਜਾਈ ਲੱਗਦੇ ਸੀ ਇੱਥੇ, ਵੀ ਉਹਨਾਂ ਨੂੰ ਬਿਮਾਰ ਹੋ ਗਿਆ, ਮੈਂ ਉਹਨਾਂ ਦੇ ਦੇਖਣ ਗਿਆ ਕਿੰਨੇ ਸਾਲਾਂ ਬਾਅਦ, ਉਹ ਪਏ, ਅਤੇ ਉਹ ਦੂਸਰੇ ਦਿਨ ਵਿਚਾਰੇ ਪੂਰੇ ਹੋ ਗਏ। ਮੇਰੀ ਆਵਾਜ਼ ਸੁਣ ਕੇ ਉਹ ਗੱਲਾਂ ਕਰਨ ਲੱਗ ਗਏ। ਉਹਦਾ ਨਾ ਜਿਹੜੀ ਮੇਰੀ ਬਚਪਨ ਦੀ ਘਟਨਾ ਸੀ ਉਹ ਲਈ ਮੈਂ, ਅਤੇ ਉਹ ਫਿਰ ਜਦੋਂ ਤੁਸੀਂ ਲਿਖਣ ਲੱਗਦੇ ਆ, ਉਹਨਾਂ ਦੇ ਨਾਲ ਹੋਰ ਕਰੈਕਟਰ ਜੁੜੀ ਜਾਂਦੇ ਆ, ਹੋਰ ਘਟਨਾਵਾਂ ਜੁੜੀ ਜਾਂਦੀਆਂ, ਫਿਰ ਉਹ ਐਜ ਏ ਨਾਵਲ ਬਹੁਤ ਵਧੀਆ ਬਣਿਆ। ਮੈਂ ਸਮਝਦਾ ਜਿੱਦਾਂ ਕੋਈ ਪੁੱਛੇ ਨਾ ਵੀ ਅਤੇ ਤੁਹਾਡਾ ਸਭ ਤੋਂ ਪਿਆਰਾ ਬੱਚਾ ਕਿਹੜਾ ਹੈ, ਜੇ ਤੁਹਾਡੇ 3-4 ਬੱਚੇ ਹੋਣ ਨਾ, ਅਤੇ ਮੈਂ ਕਹੂੰਗਾ ਵੀ ਜੇ ਮੈਨੂੰ ਇਹ ਮੇਰੇ ਬੱਚਿਆਂ ਵਰਗੇ ਆ ਸਾਰੇ, ਅਤੇ ਮੈਨੂੰ ਉਹ ਛੱਲਾ ਨਾਵਲ ਸਭ ਤੋਂ ਵੱਧ ਪਿਆਰਾ ਲੱਗਦਾ। ਅਤੇ ਉਹ ਸਾਨੂੰ ਇੱਕ ਬੱਚਿਆਂ ਵਾਂਗੂ ਆ, ਜਿੱਦਾਂ ਤੁਹਾਡੇ ਸਮਝੋ ਔਲਾਦ ਹੁੰਦੀ ਆ। ਅਤੇ ਜਿਹੜੇ ਤੁਹਾਨੂੰ ਪਿਆਰ ਕਰਨ ਵਾਲੇ, ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ? ਮੈਂ ਉਹਨਾਂ ਦਾ ਬਹੁਤ ਦਿਲੋਂ ਸਤਿਕਾਰ ਕਰਦਾ। ਮੇਰਾ ਨਿਮਾਣਾ ਜਿਹਾ ਜਿਹੜਾ ਯਤਨ ਆ ਕਿ ਮੈਂ 5 ਜਮਾਤਾਂ ਸਿਰ ਪੜ੍ਹਿਆ ਆ, ਅਤੇ ਜਿਹਨਾਂ ਨੇ ਪੜ੍ਹ ਕੇ ਮੈਨੂੰ ਚਿੱਠੀਆਂ ਲਿਖਦੇ ਆ, ਫੋਨ ਕਰਦੇ ਆ, ਇੱਥੋਂ ਹੀ ਨਹੀਂ ਬਾਹਰਲੇ ਮੁਲਕਾਂ 'ਚੋਂ ਵੀ, ਔਰ ਬਹੁਤ ਮਾਣ ਦਿੰਦੇ ਆ। ਇੱਕ ਜਿਹੜੇ ਸਾਡੇ ਲਿਖਾਰੀ ਕਹਿੰਦੇ ਨਾ ਕਿ ਵੀ ਸਾਡਾ ਜੀ ਕਿਤਾਬ ਪੜ੍ਹੀ ਨਹੀਂ ਜਾਂਦੀ, ਲੋਕ ਪੜ੍ਹਦੇ ਨਹੀਂ, ਮੈਂ ਉਹਨਾਂ ਨਾਲ ਸਹਿਮਤ ਨਹੀਂ। ਤੁਹਾਡੀ ਲਿਖਤ ਕੋਈ ਇੰਨੀ ਐਸੀ ਚੀਜ਼ ਹੋਣੀ ਚਾਹੀਦੀ ਆ ਜਿਹੜੀ ਬੰਦਾ ਜਦੋਂ ਲਿਖਦਾ ਉਹ ਹੋਰ ਛੱਡ ਕੇ ਉਹਨੂੰ 'ਚੋਂ ਕੁਛ ਲੱਭੇ, ਕੁਛ ਮਿਲੇ, ਉਹਦਾ ਰੱਖਣ ਨੂੰ ਦਿਲ ਨਾ ਕਰੇ। ਅਤੇ ਮੈਂ ਮੇਰੇ ਜਿੰਨੇ ਵੀ ਨਾਵਲ ਆ ਜਿਹਨਾਂ ਨੂੰ ਵੀ ਪੜ੍ਹੇ, ਉਹ ਕਹਿੰਦੇ ਯਾਰ ਜਦ ਤੱਕ ਮੈਂ ਇਹਨੂੰ ਪੜ੍ਹ ਨਹੀਂ ਲੈਂਦਾ, ਮੈਂ ਰੱਖਣ ਨੂੰ ਦਿਲ ਨਹੀਂ ਕਰਦਾ। ਉਹ 'ਚ ਕੁਝ ਤੁਹਾਡਾ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਪੜ੍ਹਨ ਵਾਲਾ, ਜੇ ਉਹ 200 ਰੁਪਈਆ ਖਰਚ ਕਰਦਾ, ਉਹਨੂੰ ਕਮ ਸੇ ਕਮ 400 ਰੁਪਈਏ ਦਾ ਉਹਨੂੰ ਫਾਇਦਾ ਹੋਵੇ ਉਹਦੇ ਵਿੱਚੋਂ। ਅਤੇ ਮੈਨੂੰ ਲੱਗਦਾ ਹੁੰਦਾ ਕਿ ਕਿਤੇ ਨਾ ਕਿਤੇ ਜਿੱਦਾਂ ਤੁਹਾਡੇ ਨਾਵਲਾਂ 'ਚ ਰਿਐਲਿਟੀ ਆ, ਲੋਕ ਰਿਐਲਿਟੀ ਵੱਲ ਜ਼ਿਆਦਾ ਖਿੱਚੇ ਜਾਂਦੇ ਆ, ਜੋ ਸੱਚ ਹੁੰਦਾ, ਜੋ ਆਲੇ ਦੁਆਲੇ ਉਹ ਦੇਖਦੇ, ਜਦੋਂ ਆਪਣੀ ਜ਼ਿੰਦਗੀ ਨਾਲ ਰਿਲੇਟ ਕਰ ਪਾਉਂਦੇ ਉਹ ਚੀਜ਼ਾਂ। ਹਾਂ, ਉਹ ਜਿੰਨੀ ਫਿਰ ਤੁਸੀਂ ਜਦੋਂ ਅਸਲੀਅਤ ਲਿਖਦੇ ਨਾ ਤਾਂ ਇੱਕ ਸੱਚੀ ਘਟਨਾ ਤੋਂ, ਅਤੇ ਉਹ ਫਿਰ ਜਿਹੜੀ ਆ ਉਹ ਪੜ੍ਹਨ ਵਾਲੇ ਨੂੰ ਬੜੀ ਇੰਟਰਸਟਿੰਗ ਲੱਗਦੀ ਆ। ਹੁੰਦੀ ਵੀ ਸੱਚੀ ਕਹਾਣੀ ਆ, ਮਨੋਂ ਘੜਤ ਨਹੀਂ, ਅਤੇ ਫਿਰ ਕਈ ਵਾਰੀ ਬਈ 2-3 ਕਰੈਕਟਰ ਜੁੜ ਜਾਂਦੇ ਆ, ਅਤੇ ਉਹ ਫਿਰ ਪੜ੍ਹਨ ਵਾਲੇ ਨੂੰ ਲੱਗੇ ਵੀ ਅਤੇ ਉਹਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ। ਜਿੱਦਾਂ ਨਾ ਕੋਈ ਆਪਾਂ ਨਾਵਲ ਪੜ੍ਹਦੇ ਹਾਂ, ਉਹਦੇ ਤੁਹਾਨੂੰ ਇੱਦਾਂ ਲੱਗੇ ਜਾਂ ਫਿਲਮ ਚੱਲਦੀ ਹੁੰਦੀ ਹੈ ਅੱਗੇ ਉਹ ਤੁਹਾਡੇ ਦਿਮਾਗ ਦੇ ਵਿੱਚ ਨਾ, ਅਤੇ ਉਹਨੂੰ ਉਹਦੀ ਖਿੱਚ ਪਵੇ, ਅਤੇ ਉਹ ਪੜ੍ਹਨ ਵਾਲਾ ਆਪੇ ਸਤਿਕਾਰ ਕਰੂਗਾ। ਮੈਨੂੰ ਬਹੁਤ ਮਾਣ ਮਿਲਿਆ ਪੜ੍ਹਨ ਵਾਲਿਆਂ ਤੋਂ। ਜੇ ਪੁੱਛੋ ਨਾ ਵੀ ਲਿਖਾਰੀ ਕਹਿੰਦੇ ਸਾਨੂੰ ਕੋਈ ਪੜ੍ਹਦਾ ਨਹੀਂ, ਸਾਨੂੰ ਕੋਈ ਪੁੱਛਿਆ ਨਹੀਂ ਕਿਸੇ ਨੇ, ਮੈਂ ਕਹਿੰਦਾ ਮੈਨੂੰ ਤਾਂ ਬਹੁਤ ਮਾਣ ਮਿਲਿਆ। ਮੇਰੀਆਂ ਕਿਤਾਬਾਂ ਤਾਂ ਬਹੁਤ ਪੜ੍ਹੀਆਂ ਗਈਆਂ, ਅਤੇ ਸਾਰੇ ਪਬਲਿਸ਼ਰਾਂ ਨੇ ਛਾਪੀਆਂ, ਅਤੇ ਅੱਜ ਵੀ ਹੁਣ ਵੀ ਮੈਂ ਜੋ ਕਿਤੇ ਜਾਂਦਾ ਤਾਂ ਔਰ ਸਭ ਤੋਂ ਮੇਰੇ ਪਿੰਡ ਦੇ ਲੋਕ ਬਹੁਤ ਸਤਿਕਾਰ ਕਰਦੇ ਆ, ਜਿਹੜੇ ਬੱਚਿਆਂ ਨੇ ਕਿਤਾਬਾਂ ਪੜ੍ਹੀਆਂ ਨਾ, ਅਤੇ ਉਹ ਮਾਣ ਫੀਲ ਕਰਦੇ ਆ ਵੀ ਸਾਡੇ ਪਿੰਡ ਦਾ ਮੋਹਨ ਸਿੰਘ ਕੁੱਕੜ ਮੀਡੀਆ ਹੋਇਆ। ਅੱਜ ਮੈਨੂੰ ਉਹ ਜਨਰਲ ਮੋਹਨ ਸਿੰਘ ਦੀ ਗੱਲ ਯਾਦ ਆਉਂਦੀ ਆ, ਇਹ ਕਹਿੰਦੇ ਜੀ ਤੁਹਾਡੇ ਪਿੰਡ ਦਾ ਇਹਨਾਂ ਦਾ ਨਾਮ ਮੋਹਨ ਸਿੰਘ ਦਾ ਨਾਂ ਲੈ ਕੇ ਤੁਹਾਡੇ ਪਿੰਡ ਦਾ ਨਾਂ ਲਿਆ ਕਰਨਗੇ। ਉਦੋਂ ਤਾਂ ਕਦੇ ਸੋਚਿਆ ਵੀ ਨਾ ਸੀ ਵੀ ਮੈਂ ਲਿਖਣ ਲੱਗਣਾ ਜਾਂ ਕੀ ਗੱਲ ਹੋਣੀ ਆ, ਅਤੇ ਹੁਣ ਹੀ ਬਹੁਤ ਮਾਣ ਜਿਹਾ ਲੱਗਦਾ ਕਿ ਸਾਡੇ ਪਿੰਡ ਦਾ ਨਾਂ ਨਾਲ ਜ਼ਰੂਰ ਆਉਂਦਾ। ਹਾਂਜੀ, ਪੰਜਾਬ ਦੀ ਜਵਾਨੀ ਲਈ ਕੀ ਸੰਦੇਸ਼ ਲਾਉਣਾ ਚਾਹੁੰਦੇ? ਪੰਜਾਬ ਦੀ ਜਵਾਨੀ ਲਈ ਮੇਰਾ ਇਹ ਸੁਨੇਹਾ ਹੈ ਕਿ ਤੁਸੀਂ ਦਲੇਰ ਬਣੋ। ਇਹ ਨਾ ਸੋਚੋ ਵੀ ਜੇ ਅੱਜ ਕੋਈ ਕਿਸਾਨ ਖੁਦਕੁਸ਼ੀ ਕਰਦਾ ਹੋਵੇ ਮੈਂ ਵੀ ਕਰਾਂ, ਕੋਈ ਨਹੀਂ, ਇਹ ਖੁਦਕੁਸ਼ੀਆਂ ਨਾਲ ਇਹਦਾ ਹੱਲ ਕੋਈ ਨਹੀਂ ਹੋਣਾ। ਅਤੇ ਮਿਹਨਤ ਕਰੋ। ਜੇ ਤੁਹਾਨੂੰ ਕੰਮ ਨਹੀਂ ਵੀ ਮਿਲਦਾ ਇੱਥੇ, ਤਾਂ ਕੁਛ ਨਾ ਕੁਛ ਤਾਂ ਆਪਾਂ ਕਰ ਹੀ ਸਕਦੇ। ਛਾਵੜੀ ਲਾਓ। ਮੈਂ 15 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਵਿੱਚ ਸਬਜ਼ੀਆਂ ਵੇਚਦਾ ਸੀ, ਮੰਡੀ ਵਿੱਚ ਜਾ ਕੇ ਸਵੇਰ ਨੂੰ, ਅਤੇ ਜਿੱਦਾਂ ਹੁਣ ਇੱਥੇ ਆਪਣੇ ਰਾਮਾ ਮੰਡੀ 'ਚ ਬਿਹਾਰੀ ਵੇਚਦੇ ਆ। ਕੰਮ ਦਾ ਕੋਈ ਮਿਹਣਾ ਨਹੀਂ, ਕੋਈ ਕੰਮ ਕਰੋ, ਕੰਮ ਜ਼ਰੂਰ ਕਰੋ। ਅਤੇ ਇੱਕ ਨਾ ਬਹੁਤ ਚੀਜ਼ ਆ ਕਿ ਉੱਥੇ ਜਾ ਕੇ ਨਾ ਰੈਸਟੋਰੈਂਟਸ 'ਚ ਭਾਂਡੇ ਧੋ ਲੈਣਗੇ, ਘਾਹ ਪੱਟ ਲੈਣਗੇ, ਪਰ ਇੱਥੇ ਮਤਲਬ ਕਿ ਉਹ ਕੰਮ ਨੂੰ ਉਹ ਲੋਅਰ ਸਮਝਦੇ ਆ। ਇਹਦੇ ਬਾਰੇ ਇਹਦਾ ਕਾਰਨ ਇਹ ਆ ਵੀ ਜਿਹੜੇ ਇੱਥੇ ਦਾ ਸਾਡਾ ਖਾਸ ਕਰ ਜ਼ਿਮੀਂਦਾਰ ਤਬਕਾ, ਉਹਨਾਂ ਦੇ ਬੱਚਿਆਂ ਦੇ ਦਿਮਾਗਾਂ 'ਚ ਇਹ ਭਰਿਆ ਵੀ ਲੈ ਅਸੀਂ ਤਾਂ ਹੁਣ ਜ਼ਿਮੀਂਦਾਰ ਆ, ਭਾਵੇਂ ਇੱਕ ਖੇਤ ਦਾ ਕੋਈ ਮਾਲਕ ਆ। ਅਤੇ ਜਿਹੜਾ ਕਾਸਟ ਸਿਸਟਮ ਹੈ ਨਾ, ਇਹ ਅਸਲ ਵਿੱਚ ਬਿਲਕੁਲ ਨਿਹਲਿਆ ਬਾਹਰਲੇ ਮੁਲਕਾਂ ਵਿੱਚ। ਸਾਡਾ ਸਾਰਿਆਂ ਦਾ ਖੂਨ ਇੱਕ ਆ, ਜਾਤਾਂ, ਧਰਮ,
ਇਹ ਬਿਲਕੁਲ ਖਤਮ ਹੋਣੇ ਚਾਹੀਦੇ ਆ। ਇਨਸਾਨ ਦਾ ਧਰਮ ਇਨਸਾਨੀਅਤ ਆ, ਅਤੇ ਉੱਥੇ ਜਾ ਕੇ ਤਾਂ ਫਿਰ ਕਰਨਾ ਪੈਂਦਾ ਤੁਹਾਨੂੰ ਕੰਮ। ਅਤੇ ਜੇ ਤੁਸੀਂ ਭਾਂਡੇ ਨਹੀਂ ਮਾਂਜੋਗੇ ਤਾਂ ਤੁਹਾਨੂੰ ਰੋਟੀ ਨਹੀਂ ਮਿਲਣੀ, ਤੁਹਾਨੂੰ ਨਹੀਂ ਰੱਖਣਾ ਨਹੀਂ। ਅਤੇ ਇੱਕ ਉੱਥੇ ਟਾਈਮ ਜਿਹੜਾ ਹੁੰਦਾ ਤੁਹਾਡਾ ਕੰਮ ਦਾ ਜਿਹੜਾ ਵਧੀਆ ਟਾਈਮ ਹੈ, ਤੁਸੀਂ ਜੇ 6 ਵਜੇ ਸਟਾਰਟ ਕਰਨਾ 6 ਵਜੇ ਸਟਾਰਟ ਕਰਨਾ, ਖੜ੍ਹੇ ਹੋਣ ਨੂੰ ਤੁਹਾਨੂੰ ਟਾਈਮ ਨਹੀਂ ਮਿਲਣਾ। 10-10 ਘੰਟੇ 12-12 ਘੰਟੇ ਦੀ ਡਿਊਟੀ ਕਰਨੀ ਹੈ ਤੁਸੀਂ। ਇੱਦਾਂ ਨਹੀਂ ਵੀ ਵਿੱਚੋਂ ਛੱਡ ਕੇ ਨੱਠ ਜਾਓ ਜਾਂ ਤੁਹਾਨੂੰ ਕੋਈ ਕੰਮ ਪੈ ਜਾ, ਨਹੀਂ ਇੱਦਾਂ ਨਹੀਂ। ਉਹਨੀ ਮਜ਼ਦੂਰੀ ਪੂਰੀ ਲੈਣੀ ਆ ਉਹਦੀ ਮਿੰਟ ਦੀ ਨਾ। ਹਾਂਜੀ, ਮਤਲਬ ਇਹ ਗੱਲ ਤਾਂ ਚਲੋ ਮੰਨਦੇ ਹੀ ਆ ਕਿ ਸਰਕਾਰਾਂ ਜਿਹੜੀਆਂ ਆ ਉਹ ਮਤਲਬ ਕਿ ਇੰਨਾ ਕੰਮ ਨਹੀਂ ਕਰਦੀਆਂ ਹੈ ਨਾ, ਪਰ ਜਿਹੜੇ ਸਾਡੇ ਲੋਕ ਆ ਉਹ ਵੀ ਮਤਲਬ ਕਿ ਦੋਗਲੇ ਜਿਹੜੇ ਵਿਚਾਰ ਰੱਖਦੇ ਆ। ਜੇ ਇੱਥੇ ਆ ਸਫਾਈ ਦਾ ਜਰਾ ਧਿਆਨ ਨਹੀਂ, ਇੱਥੇ ਜਿੱਥੇ ਮਰਜ਼ੀ ਕੂੜਾ ਸੱਟ ਦੇਣਗੇ, ਫਿਰ ਬਾਹਰ ਜਾ ਕੇ ਇਹਨਾਂ ਦੇ ਬਿਹੇਵੀਅਰ 'ਚ ਆਟੋਮੈਟਿਕਲੀ ਚੇਂਜ ਆ ਜਾਂਦਾ। ਫਿਰ ਇਹਨਾਂ ਨੂੰ ਹੁੰਦਾ ਕਿ ਜਿੱਥੇ ਡਸਟਬਿਨ ਆ ਅਸੀਂ ਉੱਥੇ ਹੀ ਕੂੜਾ ਸਿੱਟਣਾ। ਵੀ ਇਹਦੇ ਵਿੱਚ ਕੁਛ ਨਾ ਕੁਛ ਲੋਕਾਂ ਦੀ ਵੀ ਮਤਲਬ ਗਲਤੀ ਹੈ ਕਿ ਜਿਹੜਾ ਚੇਂਜ ਨਹੀਂ ਆ ਰਿਹਾ। ਕਾਮਨ ਸੈਂਸ ਹੈ ਨਹੀਂ ਲੋਕਾਂ ਨੂੰ। ਇੱਥੇ ਹੁਣ ਕਈ ਵਾਰੀ ਆਪਾਂ ਜਾਂਦੇ ਨਾ ਕਾਰ ਵਿੱਚ, ਕੋਈ ਖਾ ਕੇ ਬਾਹਰ ਮਾਰਦੇ ਆ। ਅਤੇ ਮੈਂ ਇੱਕ ਮਿਸਾਲ ਦਿੰਦਾ, ਇੱਕ ਸਾਡੇ ਦੋਸਤ ਸੀ ਮੁੰਡਾ, ਉਹ ਦਾੜੀ ਰੱਖੀ ਹੋਈ, ਪੱਗ ਬਣੀ, ਅਤੇ ਉਹ ਪੰਜਾਬ ਆਇਆ, ਆਪਣੀ ਪੋਤੀ ਨੂੰ ਨਾਲ ਲੈ ਕੇ ਆਇਆ। ਅਤੇ ਉਹਨਾਂ ਨੇ ਪਤਾ ਨਹੀਂ ਲੱਗਾ ਵੀ ਉਹ ਬਾਹਰੋਂ ਆਇਆ। ਉਹ ਜਦੋਂ ਆਪਣੇ ਸਮਾਨ ਸਮੂਨ ਲੈ ਲਿਆ, ਸਭ ਕੁਝ ਕਰ ਲਿਆ, ਅਤੇ ਉਹਨਾਂ ਨੇ ਉਹ ਕਹਿੰਦਾ ਵੀ ਤੁਸੀਂ ਮੇਰੇ ਤੋਂ ਜ਼ਿਆਦਾ ਪੈਸੇ ਤਾਂ ਨਹੀਂ ਚਾਰਜ ਕੀਤੇ? ਨਹੀਂ ਜੀ, ਕਹਿੰਦਾ ਭਾਵੇਂ ਤੁਸੀਂ ਬਾਹਰੋਂ ਆਏ। ਕਹਿੰਦਾ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਂ ਬਾਹਰੋਂ ਆਇਆ? ਕਹਿੰਦਾ ਜਿਹੜੀ ਤੁਹਾਡੀ ਪੋਤੀ ਹੈ ਨਾ, ਇਹਨੂੰ ਅਸੀਂ ਉਹ ਦਿੱਤਾ ਸਵੀਟ, ਜਿਹੜਾ ਚੋਕਲੇਟ ਹੁੰਦਾ, ਇਹਨੇ ਜਿਹੜਾ ਕਾਗਜ਼ ਸੀ ਨਾ ਉਹ ਪਾੜ ਕੇ ਪਹਿਲਾਂ ਇਹ ਨਾਲੇ ਦੁਆਲੇ ਦੇਖਿਆ ਵੀ ਇਹਨੂੰ ਡਸਟਬਿਨ ਨਹੀਂ ਲੱਭਾ। ਫਿਰ ਇਹ ਜੇਬ 'ਚ ਪਾ ਲਿਆ ਵੀ ਮੈਂ ਜਦੋਂ ਬਾਹਰ ਜਾਊਂ ਕਿਸੇ ਡੱਬੇ ਨੂੰ ਸਿੱਟੂ। ਇੱਥੇ ਬੱਚਿਆਂ ਨੂੰ ਇਹ ਇੰਨੀ ਕਾਮਨ ਸੈਂਸ ਹੀ ਹੈ ਨਹੀਂ। ਇਹ 'ਚੋਂ ਅਸੀਂ ਸਮਝ ਗਿਆ ਵੀ ਬੱਚਾ ਬਾਹਰੋਂ ਆਇਆ। ਹਾਂਜੀ, ਮਤਲਬ ਕਿ ਇਹ ਤੁਸੀਂ ਇਸ ਗੱਲ ਨੂੰ ਮੰਨਦੇ ਕਿ ਲੋਕਾਂ ਦੇ ਵਿੱਚ ਵੀ ਕਮੀ ਹੈ? ਬਹੁਤ ਜ਼ਿਆਦਾ ਕਮੀ ਹੈ। ਕਾਮਨ ਸੈਂਸ ਹੈ ਹੀ ਨਹੀਂ ਕਿਸੇ ਨੂੰ ਵੀ। ਹੁਣ ਦੇਖੋ, ਜੇ ਉਹ ਬਾਹਰ ਕਿਸੇ ਦਾ ਥੋੜ੍ਹਾ ਐਕਸੀਡੈਂਟ ਹੋ ਜਾਂਦਾ ਕਾਰ ਦਾ ਕਿਸੇ ਨਾਲ, ਤੁਸੀਂ ਪਹਿਲਾ ਕੰਮ ਇਹ ਕਰਨਾ, ਨਿਕਲ ਕੇ ਉਹਨੂੰ ਪੁੱਛਣਾ ਵੀ ਤੇਰੇ ਸੱਟ ਤਾਂ ਨਹੀਂ ਲੱਗੀ? ਮੈਂ ਐਂਬੂਲੈਂਸ ਸੱਦਾਂ, ਪੁਲਿਸ ਨੂੰ ਸੱਦਾਂ। ਇੱਥੇ ਤਾਂ ਲੋਕ ਕੁੱਟਣ ਪੈਂਦੇ ਇੱਕ ਦੂਜੇ ਨੂੰ। ਜਿਹੜਾ ਹੁਣ ਐਕਸੀਡੈਂਟ ਹੁੰਦਾ ਇਹ 'ਚ ਕਿਸੇ ਦਾ ਕਸੂਰ ਨਹੀਂ। ਤੁਸੀਂ ਇਹ ਥੋੜ੍ਹਾ ਮਤਲਬ ਵੀ ਉੱਠ ਕੇ ਇੱਕ ਦੂਜੇ ਨਾਲ ਲੜਾਈ ਕਰਨ ਲਓ, ਇੱਕ ਦੂਜੇ ਦੇ ਮਾਰਨ ਲੱਗ ਜਾਓ। ਕਾਮਨ ਸੈਂਸ ਹੀ ਨਹੀਂ ਲੋਕਾਂ ਨੂੰ ਹੈਗੀ। ਹੁਣ ਉੱਥੇ ਕਿਸੇ ਸਟੋਰ ਵਿੱਚ ਤੁਸੀਂ ਜਾਂਦੇ ਨਾ, ਅਤੇ ਇੱਕ ਟਰੋਲੀ ਦੇ ਵਿੱਚ ਸਮਾਨ ਰੱਖਦੇ ਆ, ਮਾੜਾ ਜਿਹਾ ਟਰੋਲੀ ਦੂਜੇ 'ਚ ਲੱਗ ਗਈ, ਪਹਿਲਾਂ ਹੀ ਤਾਂ ਪਤਾ ਸੌਰੀ ਕਹਿਣ ਕੇ ਮੇਰੇ ਤੋਂ ਗਲਤੀ ਹੋ ਗਈ। ਇੱਥੇ ਤਾਂ ਜਿਹੜਾ ਪੈਨ ਭੰਨ ਕੇ ਵੀ ਉਹ ਤੁਹਾਨੂੰ ਪੈ ਜਾਣਗੇ ਵੀ ਤੇਰਾ ਹੀ ਕਸੂਰ ਆ, ਤੈਂ ਅੱਗੇ ਵਿੱਚ ਮਾਰੀ ਇਹਦੇ ਲਿਆ ਕੇ। ਇਸ ਕਰਕੇ ਸਾਡੇ ਲੋਕਾਂ ਨੂੰ ਕਾਮਨ ਸੈਂਸ ਹੈ ਨਹੀਂ। ਇੱਥੇ ਕਿਸੇ ਦੁਕਾਨ 'ਤੇ ਚਲੇ ਜਾਓ, ਤੇ ਡਾਕਟਰ ਦੇ ਚਲੇ ਜਾਓ, ਪਹਿਲਾਂ ਲਾਈਨ ਲੱਗੀ ਹੋਊਗੀ, ਲੋਕ ਖੜ੍ਹੇ ਆ, ਆਪਣੀ ਵਾਰੀ ਆਉਂਦੀ, ਪਿਛਲਾ ਆਊਗਾ ਮੂਹਰੇ ਆ ਕੇ ਪਹਿਲਾਂ ਸਭ ਤੋਂ ਉਹਦੇ ਮੂਹਰੇ ਲਾ ਆ ਮੇਰਾ ਕੰਮ ਤੂੰ ਇੱਦਾਂ ਕਰ ਹੁਣ ਤੂੰ। ਉਹ ਬੜੀ ਹੈਰਾਨੀ ਹੁੰਦੀ। ਬਾਹਰ ਲੋਕ ਕਾਮਨ ਸੈਂਸ ਯੂਜ਼ ਕਰਦੇ ਆ ਵੀ ਆਹ ਹੁਣ ਲਾਈਨ ਵਿੱਚ ਲੋਕ ਖੜ੍ਹੇ ਆ, ਪਹਿਲਾਂ ਇਹਦੀ ਵਾਰੀ ਆਉਣੀ ਆ, ਫਿਰ ਮੈਂ ਜਾਊਂਗਾ। ਅਤੇ ਇੱਦਾਂ ਦੀ ਕਾਮਨ ਸੈਂਸ ਹੀ ਨਹੀਂ ਲੋਕਾਂ ਨੂੰ ਹੈਗੀ ਇੱਥੇ। ਅਤੇ ਆਖਿਰ 'ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਆਪਣੇ ਚਾਹੁਣ ਵਾਲਿਆਂ ਨੂੰ, ਆਪਣੇ ਦਰਸ਼ਕਾਂ ਨੂੰ? ਮੈਂ ਇਹ ਸੰਦੇਸ਼ ਦਊਂਗਾ ਵੀ ਸਾਰੇ ਪਿਆਰ ਨਾਲ ਰਹੋ। ਇੱਕ ਤਾਂ ਜਿਹੜਾ ਧਰਮਾਂ ਦਾ ਅਤੇ ਜਾਤਾਂ ਦਾ ਇਹ ਨਫ਼ਰਤ ਬੰਦ ਕਰੋ। ਸਾਰਿਆਂ ਦਾ ਲਹੂ ਇੱਕ ਆ, ਲਾਲ ਰੰਗ ਦਾ। ਸਾਰਿਆਂ ਦਾ ਪਿਆਰ ਕਰੋ, ਹਰ ਇੱਕ ਦੀ ਇੱਜ਼ਤ ਕਰੋ। ਧੀ ਭੈਣ ਦੀ ਕਿਸੇ ਦੀ ਵੀ ਉਹਨੂੰ ਆਪਣੀ ਸਕੀ ਧੀ ਭੈਣ ਵਾਂਗੂ ਸਤਿਕਾਰ ਦਿਓ, ਮਾਣ ਦਿਓ। ਇਹ ਬਹੁਤ ਜ਼ਰੂਰੀ ਆ। ਅਤੇ ਤੁਸੀਂ ਜਿਹੜਾ ਨਾ ਇੱਕ ਤੁਹਾਡੇ ਦਿਮਾਗਾਂ 'ਚ ਬੜਿਆ ਵੀ ਮੈਂ ਪਤਾ ਨਹੀਂ ਕੀ ਆ, ਇਹ ਛੱਡੋ। ਪਿਆਰ ਕਰਕੇ ਦੇਖੋ ਕਿਸੇ ਨਾਲ, ਤੁਹਾਨੂੰ ਦੁੱਗਣਾ ਪਿਆਰ ਮਿਲੂਗਾ। ਇਹ ਸਨ ਸਾਡੇ ਨਾਲ ਮੋਹਨ ਸਿੰਘ ਕੁੱਕੜ ਪਿੰਡੀਆ ਜੀ, ਜਿਨ੍ਹਾਂ ਨੇ ਸਾਡੇ ਨਾਲ ਹਰ ਵਿਸ਼ੇ ਦੇ ਉੱਤੇ ਖੁੱਲ੍ਹ ਕੇ ਗੱਲਬਾਤ ਕੀਤੀ। ਅਤੇ ਇੱਥੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗੀ ਕਿ ਮੇਰੇ ਵੱਡੇ ਸਿਸਟਰ ਜਿਹੜੇ ਮਨਦੀਪ ਕੌਰ ਦੀਪ ਆ, ਉਹਨਾਂ ਦੀ ਇੱਕ ਕਿਤਾਬ ਆਈ ਸੀ ਤੇਰੇ ਬਿਨਾਂ। ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਜਿੱਦਾਂ ਕਿ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਇਹ ਸਾਹਿਤਕਾਰ ਦੇ ਨਾਲ ਨਾਲ ਇੱਕ ਸਮਾਜ ਸੇਵਕ ਵੀ ਨੇ। ਜਿੱਥੇ ਵੀ ਕਿਸੇ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਵਿੱਤੀ ਸਹਾਇਤਾ ਹੋਵੇ ਜਾਂ ਕੋਈ ਗਾਈਡੈਂਸ ਦੀ ਲੋੜ ਹੋਵੇ, ਹਮੇਸ਼ਾ ਉਹਨਾਂ ਲਈ ਤਤਪਰ ਰਹਿੰਦੇ ਹਨ। ਅਤੇ ਅਸੀਂ ਇਹਨਾਂ ਦਾ ਇਸ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੇਂ ਐਪੀਸੋਡ ਵਿੱਚ। ਤਦ ਤੱਕ ਲਈ ਤੁਸੀਂ ਆਪਣਾ ਧਿਆਨ ਰੱਖੋ। ਸਤਿ ਸ਼੍ਰੀ ਅਕਾਲ।